श्री गुर शब्द कमाए जिन जीते पंच विकार। तिन संतन को बंदना सिर चरणन पर धार। कहाँ बुध प्रभ तुच्छ हमारी बरन सकह महिमा जो तिहारी। हम न सकत कर सिफत तुम्हारी आप ले हो तुम कथा सुधारी। जिन्ना सास ग्रास न बिसरै हर नामा मन मंत। धन से नानका पूरन सोई संत। एक ओंकारा सतगुरु तेह प्रसाद सच होय। वाहिगुरु जी की फतेह। विघ्न विनाशन सोय। सत्कारयोग सतगुਰਾਂ ਦੀ ਸਾਜੀ ਨਵਾਜੀ गुरु प्यारी गुरु सवारी गुरु खालसा साध संगत जी। अकाल पुरख वाहिगुरु जी की अपार किरपा बख्शिश का सदका जुगो जुग अटल गुरता गदी ते शोभायमान। दसां पातशाहियां दी आत्मक जोत बाणी गुरु शब्द गुरु धन धन साहिब श्री गुरु ग्रंथ साहिब महाराज जी दे पावन पवित्र चरनां विच सतगुरु जी की हजूरी विच सतगुरु साहिब जी दे पवित्र स्थान श्री विश्वकर्मा मंदिर तप स्थान सचखंड वासी महापुरख संत बाबा करतार सिंह जी महाराज प्यार दे नाल रल मिल के आपां इस स्थान दे उत्ते हाज़रियां भर रहे हाँ। सचखंड वासी महापुरख संत बाबा करतार सिंह जी दी मिठी याद नूं ताज़ा कर रहे हाँ। उन्हां दे सालाना बरसी समागम मौके गुरु चरनां विच इकत्तर होण दा सबब बनिया है। प्रबंधक गुरमुखां ने बड़े प्यार दे नाल योग प्रबंध गुरु कीआं संगतां वास्ते सीमित समय विच जिन्ना को कर सके कीते हन। अज दे समागमां दी शुरुआत एक श्री सुखमनी साहिब जी के पाठ के नाल हो चुकी है। आप जी ने बड़े प्यार के नाल शहीदां दे सरताज धन गुरु अर्जन देव जी महाराज सच्चे पातशाह जी की महान शाहकार रचना महान पावन पवित्र गुरबाणी सुखमनी साहिब दे संपूर्ण पाठ जाप सरवण करके लाहा लिया है, आनंद माणिया है। उपरंत कुछ को समा सतगुरु जी दे हजूर जुड़ के गुरबाणी गुर इतिहास महापुरखों की याद विच गुरमत की कथा के नाल आपां जुड़ रहे हाँ। सतगुरु किरपा करन सिर ते मेहर भरिया हथ रख के आप ही गुरबाणी की कथा अपने प्यारे दरों घरों बरसाए हुए साधु महात्मा के जीवन दियां विचारां करवा लैन। हालांकि
ਸਾਧੂ ਦੀ ਮਹਿਮਾ, ਸੰਤ ਦੀ ਮਹਿਮਾ, ਇਹਨੂੰ ਕੋਈ ਕਥਨ ਕਰ ਦੇਵੇ ਇਹ ਬੜੀ ਮੁਸ਼ਕਲ ਬਾਤ ਹੈ। ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਜ਼ਾਹਰਾ ਤੌਰ ਦੇ ਉੱਤੇ ਇਹ ਲਿਖ ਕੇ ਸਾਨੂੰ ਦੱਸ ਦਿੱਤਾ ਹੈ ਕਿ ਰੱਬ ਦੇ ਨਾਲ ਜੁੜੇ ਹੋਏ ਸਾਧੂਆਂ ਦੀ ਗਤਮਿਤ ਨੂੰ ਕਥਨ ਕਰ ਸਕਣਾ, ਉਹਨਾਂ ਦੀ ਅਵਸਥਾ ਬਾਰੇ ਠੀਕ ਠੀਕ ਢੁਕਵੇਂ ਸ਼ਬਦਾਂ ਦੇ ਵਿੱਚ ਦੱਸ ਸਕਣਾ, ਇਹ ਮਨੁੱਖ ਦੇ ਵੱਸ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੇਦ ਕਤੇਬ ਇਤਿਆਦਿਕ ਧਾਰਮਿਕ ਗ੍ਰੰਥਾਂ ਤੋਂ ਵੀ ਸਾਧੂਆਂ ਦੀ ਮਹਿਮਾ ਜਿਹੜੀ ਉਹ ਬਾਹਰੀ ਹੈ। ਸਤਿਗੁਰੂ ਕਥਨ ਕਰਦੇ ਹਨ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਜਿੰਨਾ ਜਿੰਨਾ ਕੁ ਸੁਣਿਆ, ਜਿੰਨਾ ਜਿੰਨਾ ਕੁ ਕਿਸੇ ਨੇ ਕਥਨ ਕੀਤਾ ਹੈ, ਉਹਦੇ ਮੁਤਾਬਕ ਹੀ ਸਾਧ ਸੰਗਤ ਜੀ ਵੇਦਾਂ ਧਰਮ ਗ੍ਰੰਥਾਂ ਦੇ ਵਿੱਚ ਸਾਧੂ ਮਹਾਤਮਾ ਦੀ ਮਹਿਮਾ ਨੂੰ ਲਿਖਿਆ ਗਿਆ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੁਕੰਮਲ ਤੌਰ ਦੇ ਉੱਤੇ ਸਾਧੂ ਦੀ ਮਹਿਮਾ ਕਹਿ ਸਕਣੀ ਇਹ ਕਿਸੇ ਕਲਮ ਦੇ ਵੱਸ ਦੀ ਗੱਲ ਨਹੀਂ, ਕਿਸੇ ਜ਼ੁਬਾਨ ਦੇ ਵੱਸ ਦੀ ਗੱਲ ਨਹੀਂ, ਕਿਸੇ ਵਕਤੇ ਦੇ ਵੱਸ ਦੀ ਗੱਲ ਨਹੀਂ ਕਿ ਉਹ ਰੱਬ ਦੇ ਪਿਆਰੇ ਸਾਧੂ ਮਹਾਤਮਾ ਦੀ ਉਸਤਤ ਦੇ ਵਿੱਚ ਯੋਗ ਸ਼ਬਦ, ਢੁਕਵੇਂ ਸ਼ਬਦ ਕਹਿ ਸਕੇ। ਕਿਉਂਕਿ ਸਾਧੂ ਅਤੇ ਪਰਮੇਸ਼ਰ ਦੇ ਵਿੱਚ ਇੱਕ ਅਵਸਥਾ ਐਸੀ ਆ ਜਾਂਦੀ ਹੈ ਜਦੋਂ ਬ੍ਰਹਮ ਲੀਨਤਾ ਹੋ ਜਾਂਦੀ ਹੈ, ਆਪਣਾ ਆਪਾ ਬ੍ਰਹਮ ਸਰੂਪ ਦਿਖਾਈ ਦੇਣ ਲੱਗ ਪੈਂਦਾ ਹੈ, ਤੇ ਉਸ ਵੇਲੇ ਸਾਧੂ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ ਰਹਿੰਦਾ। ਸੁਖਮਨੀ ਸਾਹਿਬ ਦੇ ਪਾਠ ਵਿੱਚ ਹੀ ਆਪਾਂ ਸੁਣਿਆ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਾਧੂ ਵਿੱਚ ਤੇ ਪਰਮੇਸ਼ਰ ਦੇ ਵਿੱਚ ਫਿਰ ਕੋਈ ਫਰਕ ਨਹੀਂ ਰਹਿੰਦਾ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹਿ। ਜਲ ਤੇ ਉਪਜ ਤਰੰਗ ਜਾਓ, ਜਲ ਹੀ ਵਿਖੇ ਸਮਾਏ। ਜਲ ਤੋਂ ਉਪਜੀਆਂ ਹੋਈਆਂ ਲਹਿਰਾਂ, ਨਾਮ ਉਹਨਾਂ ਦਾ ਵੱਖਰਾ ਹੋ ਗਿਆ, ਲਹਿਰਾਂ ਹੋ ਗਈਆਂ, ਛੱਲਾਂ ਹੋ ਗਈਆਂ, ਤਰੰਗਾਂ ਹੋ ਗਈਆਂ, ਪਰ ਮੁੜ ਪਾਣੀ ਵਿੱਚ ਜਾ ਮਿਲਦੀਆਂ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਫਿਰ ਉਹ ਪਰਮੇਸ਼ਰ ਦਾ ਹੀ ਸਰੂਪ। ਇਹ ਜੀਵ ਆਤਮਾ ਪਰਮ ਆਤਮਾ ਤੋਂ ਵੱਖਰਾ ਹੋਇਆ ਹੈ। ਭਰਮ ਦੇ ਪਰਦੇ ਕਰਕੇ ਸਾਧ ਸੰਗਤ ਜੀ ਜੀਵ ਨੂੰ ਆਪਣਾ ਵੱਖਰਾ ਆਭਾਸ ਪ੍ਰਤੀਤ ਹੋਣ ਲੱਗ ਪਿਆ, ਆਪਣਾ ਆਪ ਵੱਖਰਾ ਪ੍ਰਤੀਤ ਹੋਣ ਲੱਗ ਪਿਆ। ਮੈਂ ਜੀਵ ਹਾਂ, ਪਰਮੇਸ਼ਰ ਹੋਰ ਹੈ। ਪਰ ਸਤਿਗੁਰੂ ਦੀ ਬਾਣੀ ਕਹਿੰਦੀ ਇਹ ਬਹੁਤ ਬਰੀਕ ਜਿਹਾ ਪੜਦਾ ਹੈ। ਭਾਂਬੀਰੀ ਨਾਮ ਦਾ ਇੱਕ ਛੋਟਾ ਜਿਹਾ ਜੀਵ ਹੈ, ਉਹਦੇ ਪਤਲੇ ਖੰਭ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਨਾ ਕੁ ਬਰੀਕ ਭਰਮ ਦਾ ਪਰਦਾ ਪਿਆ ਹੋਇਆ ਹੈ, ਜਿਸ ਕਰਕੇ ਜੀਵ ਆਤਮਾ ਪਰਮਾਤਮਾ ਨਾਲੋਂ ਆਪਣੇ ਆਪ ਨੂੰ ਵੱਖਰਾ ਜਾਣਦਾ ਹੈ। ਭਾਂ ਭੀਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦੁਰਾਇਓ। ਬਿਨਾਂ ਦੇਖਿਆਂ ਬਿਨਾਂ ਪਰਖ ਕੀਤਿਆਂ ਦੂਰੀ ਜਾਪਦੀ ਹੈ, ਪਰ ਉਹ ਪਰਮਾਤਮਾ ਹਰ ਇੱਕ ਜੀਵ ਆਤਮਾ ਦੇ ਵਿੱਚ ਸਾਡਾ ਆਤਮਾ ਰੂਪ ਹੋ ਕੇ ਵਸ ਰਿਹਾ। ਸਾਡੇ ਅੰਤਸ਼ਕਰਨ ਦੇ ਵਿੱਚ ਉਸ ਦਾ ਵਾਸਾ ਹੈ, ਜੋ ਸਾਨੂੰ ਪ੍ਰੇਰਨਾ ਦਿੰਦਾ ਹੈ, ਪ੍ਰੇਰਨਾ ਕਰਕੇ ਸਾਰੇ ਕੰਮਕਾਜ ਕਰਵਾਉਂਦਾ ਹੈ। ਉਹ ਪਰਮਾਤਮਾ ਦੀ ਹੀ ਅੰਸ਼ ਹੈ। ਪਰ ਮਾਇਆ ਸਬਲ ਹੋਣ ਕਰਕੇ ਸਾਨੂੰ ਸਾਧ ਸੰਗਤ ਜੀ ਉਹ ਵੱਖਰਾ ਪ੍ਰਤੀਤ ਹੁੰਦਾ। ਰਹੋ ਵਿਚਾਰ, ਇਹ ਥੋੜ੍ਹੀ ਜਿਹੀ ਵਿਚਾਰ ਜਿਹੜੀ ਹੈ ਡੂੰਘਾਈ ਵਾਲੀ ਹੈ, ਤੇ ਆਮ ਸੰਗਤ ਕਿਉਂਕਿ ਸਿੱਧੀਆਂ ਸਾਦੀਆਂ ਪੇਂਡੂ ਗੱਲਾਂ ਨੂੰ ਸਮਝਦੀ ਆ, ਜਿਹੜੀਆਂ ਡੀਪਲੀ ਗੱਲਾਂ ਹੈ, ਡੂੰਘਾਈ ਵਾਲੀਆਂ ਗੱਲਾਂ, ਉਹ ਕਈ ਵਾਰ ਸਾਡੇ ਉੱਪਰੋਂ ਲੰਘ ਜਾਂਦੀਆਂ। ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਕਿ ਆਮ ਸਿੱਧੀ ਸਾਦੀ ਭਾਸ਼ਾ ਦੇ ਵਿੱਚ ਹੀ ਸਾਧੂ ਮਹਾਤਮਾ ਦੇ ਗੁਣ ਗਾਇਨ ਕਰੀਏ, ਮਹਾਂਪੁਰਖਾਂ ਦੇ ਜੀਵਨ ਬਾਰੇ ਕੁਝ ਨਾ ਕੁਝ ਸਾਂਝ ਪਾਈਏ, ਔਰ ਗੁਰਬਾਣੀ ਦਾ ਚਾਨਣਾ, ਗੁਰਬਾਣੀ ਸਾਨੂੰ ਕੀ ਮਾਰਗ ਦੱਸ ਰਹੀ ਹੈ, ਕਿਸ ਰਸਤੇ ਉੱਤੇ ਤੁਰਨ ਵਾਸਤੇ ਪ੍ਰੇਰਨਾ ਕਰ ਰਹੀ ਹੈ, ਇਹਦੇ ਬਾਰੇ ਜਾਣਨ ਲਈ ਆਓ ਵਿਸਥਾਰ ਦੇ ਵਿੱਚ ਆਪਾਂ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਚੜ੍ਹਦੀ ਕਲਾ ਦਾ ਪ੍ਰਤੀਕ ਗੁਰਫਤਿਹ ਸਾਂਝੀ ਕਰਾਂਗੇ। ਦੋਵੇਂ ਹੱਥ ਜੋੜ ਕੇ ਬੜੇ ਅਦਬ ਸਤਿਕਾਰ ਦੇ ਸਹਿਤ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ, ਜਿਨ੍ਹਾਂ ਦੇ ਜੀਵਨ ਦੇ ਬਾਰੇ ਆਪ ਨਗਰ ਦੇ ਨਿਵਾਸੀ, ਉਹਨਾਂ ਦੀ ਸੰਗਤ ਕਰਨ ਵਾਲੇ ਬਹੁਤ ਗੁਰਮੁਖ ਪਿਆਰੇ ਸੰਗਤ ਵਿੱਚ ਬੈਠੇ ਹੈ, ਮੇਰੇ ਨਾਲੋਂ ਵਧੇਰੇ ਜਾਣਦੇ ਹੋ। ਉਹਨਾਂ ਮਹਾਂਪੁਰਖਾਂ ਦਾ ਕੈਸਾ ਵੈਰਾਗ ਔਰ ਤਿਆਗ ਵਾਲਾ ਜੀਵਨ ਸੀ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਸਮਰੱਥ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਪ੍ਰਗਟਾਇਆ ਨਹੀਂ, ਆਪਣੇ ਆਪ ਨੂੰ ਛੁਪਾ ਕੇ ਰੱਖਿਆ। ਜਿਵੇਂ ਗੁਰਬਾਣੀ ਦਾ ਬਚਨ ਹੈ, ਕਹੋ ਕਬੀਰ ਛੂਛਾ ਘਟ ਬੋਲੈ, ਭਰਿਆ ਹੋਏ ਸੋ ਕਬਹੂ ਨਾ ਡੋਲੈ। ਊਣਾ ਘੜਾ ਛਲਕਦਾ ਹੈ, ਜਿਹੜਾ ਭਰਿਆ ਹੋਇਆ ਉਹ ਡੋਲਦਾ ਨਹੀਂ, ਇੱਕ ਥਾਂ ਟਿਕ ਕੇ ਰਹਿੰਦਾ। ਜਿਨ ਹਰ ਪਾਇਓ ਤਿਨਹਿ ਛਪਾਇਓ ਵਾਲੀ ਅਵਸਥਾ ਮਹਾਂਪੁਰਖਾਂ ਦੀ ਸੀ। ਰੱਬ ਦੇ ਬਹੁਤ ਨਜ਼ਦੀਕ ਹੁੰਦਿਆਂ ਵੀ ਹੋਣ ਨਜ਼ਦੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ। ਭੇਦ ਨਹੀਂ ਦਿੱਤਾ ਕਿਸੇ ਨੂੰ, ਆਮ ਲੋਕਾਂ ਵਾਂਗ ਹੀ ਤੁਹਾਡੇ ਵਿੱਚ ਪਰਿਵਾਰਾਂ ਦੇ ਵਿੱਚ ਵਿਚਰਦੇ ਰਹੇ। ਬਹੁਤ ਪਰਿਵਾਰਾਂ ਦੇ ਨਾਲ ਨਿੱਜੀ ਪ੍ਰੇਮ ਮਹਾਂਪੁਰਖਾਂ ਦਾ, ਔਰ ਐਸੇ ਮੌਜ ਦੇ ਮਾਲਕ ਸਨ ਕਿ ਜਿੱਥੇ ਵੀ ਦਿਲ ਕਰਦਾ, ਜਿਸ ਵੀ ਗੁਰਮੁਖ ਪਿਆਰੇ ਨੂੰ ਮਿਲਣ ਨੂੰ ਦਿਲ ਕਰਦਾ, ਉਸੇ ਘਰ ਦਾ ਜਾ ਬੂਹਾ ਖੜਕਾਉਂਦੇ। ਕਦੇ ਗਿਣ ਮਿਥ ਕੇ ਕੋਈ ਪ੍ਰੋਗਰਾਮ ਨਹੀਂ ਸਨ ਰੱਖਦੇ। ਅਚਨਚੇਤ ਜਾਂਦੇ, ਜਾ ਕੇ ਦਰਸ਼ਨ ਦੀਦਾਰੇ ਦਿੰਦੇ, ਬਚਨਾਂ ਨਾਲ ਨਿਹਾਲ ਕਰਦੇ, ਔਰ ਉਹਨਾਂ ਘਰਾਂ ਦਾ ਭੋਜਨ ਪ੍ਰਸ਼ਾਦਾ ਛਕ ਕੇ ਤੇ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਦੇ। ਕਿਰਤ ਕਮਾਈਆਂ ਨੂੰ, ਗ੍ਰਸਤੀਆਂ ਦੀਆਂ ਨੂੰ ਮਹਾਂਪੁਰਖਾਂ ਨੇ ਸਫਲਿਆ ਕੀਤਾ। ਐਸੇ ਵਿਰਾਗ ਤਿਆਗ ਦੀ ਮੂਰਤ ਔਰ ਇੰਨੇ ਵੱਡੇ ਗੁਰਮਤਿ ਦੇ ਗਿਆਤਾ, ਵਿਦਵਾਨ, ਧਰਮ ਗ੍ਰੰਥਾਂ ਦੇ ਸਾਧ ਸੰਗਤ ਜੀ ਗਿਆਨੀ ਸਨ ਮਹਾਂਪੁਰਖ। ਜੇ ਕਿਸੇ ਨੇ ਅੱਜ ਵੀ ਦੇਖਣਾ ਹੋਵੇ ਪੁਰਖਾਂ ਦੀ ਵਿਦਵਤਾ ਦੇ ਬਾਰੇ ਅੰਦਾਜ਼ਾ ਲਾਉਣਾ ਹੋਵੇ ਕਿੰਨੇ ਵਿਦਵਾਨ ਸਨ, ਤੋ ਮਹਾਂਪੁਰਖਾਂ ਨੇ ਜਿਹੜਾ ਸਾਧ ਸੰਗਤ ਜੀ 10 ਸਾਲ ਦੀ ਅਣਥੱਕ ਮਿਹਨਤ ਦਾ ਸਦਕਾ ਮਹਾਨ ਵਿਦਵਤਾ ਦਾ ਗ੍ਰੰਥ ਰਚਿਆ। ਜਾਪ ਸਾਹਿਬ ਪ੍ਰਬੋਧ, ਵੱਖ-ਵੱਖ ਧਰਮ ਗ੍ਰੰਥਾਂ ਦੇ ਪ੍ਰਮਾਣ, ਵੱਖ-ਵੱਖ ਧਰਮ ਗ੍ਰੰਥਾਂ ਦੇ ਵਿੱਚੋਂ ਸਾਖੀਆਂ, ਹਵਾਲੇ, ਰੈਫਰੈਂਸ ਦੇ ਕੇ ਤੇ ਸਾਧ ਸੰਗਤ ਜੀ ਇਸ ਕਦਰ ਉਹਨਾਂ ਨੇ ਗੁਰਮਤਿ ਦਾ ਜਿਹੜਾ ਪ੍ਰਚਾਰ ਲਿਖਤੀ ਰੂਪ ਦੇ ਵਿੱਚ ਕੀਤਾ ਹੈ। ਆਉਣ ਵਾਲੀਆਂ ਸਾਧ ਸੰਗਤ ਜੀ ਸਦੀਆਂ ਤੱਕ ਜਿਹੜਾ ਵੀ ਕੋਈ ਗੁਰਮੁਖ ਪਿਆਰਾ ਮਹਾਂਪੁਰਖਾਂ ਦੀ ਇਸ ਰਚਨਾ ਨੂੰ, ਜਾਪ ਸਾਹਿਬ ਪ੍ਰਬੋਧ ਨੂੰ, ਜਾਪ ਸਾਹਿਬ ਦੀ ਕਥਾ ਨੂੰ, ਸਟੀਕ ਨੂੰ ਧਿਆਨ ਦੇ ਨਾਲ ਪੜ੍ਹੇਗਾ, ਸਾਧ ਸੰਗਤ ਜੀ ਉਹ ਪੜ੍ਹਨ ਵਾਲਾ ਵੀ ਵਿਦਵਾਨ ਬਣ ਜਾਏਗਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਜ਼ਿਆਦਾ ਮਹਾਂਪੁਰਖਾਂ ਨੇ ਮਿਹਨਤ ਦੇ ਨਾਲ ਇਸ ਸਟੀਕ ਦੇ ਉੱਤੇ ਸਾਧ ਸੰਗਤ ਜੀ ਧਿਆਨਪੂਰਵਕ ਕੰਮ ਕੀਤਾ ਹੈ, ਕਿਉਂਕਿ ਦਾਸ ਨੇ ਪੜ੍ਹਿਆ ਸਟੀਕ ਸਾਰਾ, ਔਰ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਈ ਗੁਰਮੁਖਾਂ ਦਾ ਹੁਕਮ ਹੈ ਕਿ ਇਹ ਸਾਰੇ ਜਾਪ ਸਾਹਿਬ ਦੇ ਟੀਕੇ ਦੀ ਆਡੀਓ ਰਿਕਾਰਡਿੰਗ ਕਰ ਦਿੱਤੀ ਜਾਵੇ। ਗੁਰੂ ਸਾਹਿਬ ਕਿਰਪਾ ਕਰਨ, ਮਹਾਂਪੁਰਖਾਂ ਨੇ ਆਪ ਸੇਵਾ ਕਰਵਾ ਲੈਣੀ ਹੈ। ਜੇ ਉਹਨਾਂ ਨੂੰ ਭਾਇਆ ਤਾਂ ਬਹੁਤ ਜਲਦ ਆਪ ਸੰਗਤਾਂ ਦੇ ਸਨਮੁਖ ਇਹ ਜਾਪ ਸਾਹਿਬ ਦਾ ਟੀਕਾ, ਜਾਪ ਸਾਹਿਬ ਦਾ ਸਟੀਕ, ਜਾਪ ਸਾਹਿਬ ਪ੍ਰਬੋਧ ਆਡੀਓ ਰੂਪ ਦੇ ਵਿੱਚ ਵੀ ਤੁਹਾਡੇ ਕੋਲ ਪਹੁੰਚ ਜਾਵੇਗਾ, ਤਾਂ ਕਿ ਜਿਹੜੇ ਪੜ੍ਹਨ ਵਾਸਤੇ ਸਮਾਂ ਨਹੀਂ ਕੱਢ ਸਕਦੇ, ਹਾਲਾਂਕਿ ਕੱਢਣਾ ਚਾਹੀਦਾ ਹੈ। ਸਿੱਖ ਕੌਮ, ਸਾਧ ਸੰਗਤ ਜੀ, ਕਿਉਂਕਿ ਅਸੀਂ ਆਪਣੀ ਕੌਮ ਦੀ ਗੱਲ ਕਰੀਏ, ਦੂਜਿਆਂ ਦੀ ਗੱਲ ਨਾ ਕਰੀਏ, ਅੱਜ ਪੜ੍ਹਨ ਲਿਖਣ ਵਾਲੇ ਪਾਸੇ ਤੋਂ ਬਿਲਕੁਲ ਹਾਸ਼ੀਏ ਦੇ ਉੱਤੇ ਚਲੀ ਗਈ ਹੈ। ਅਸੀਂ ਪੜ੍ਹਨਾ ਨਹੀਂ ਚਾਹੁੰਦੇ, ਅਸੀਂ ਮਿਹਨਤ ਨਹੀਂ ਕਰਨਾ ਚਾਹੁੰਦੇ, ਅਸੀਂ ਕੁਝ ਸਿੱਖਣਾ ਨਹੀਂ ਚਾਹੁੰਦੇ। ਹਾਂ, ਸਿਰਫ ਸਾਨੂੰ ਓਨਾ ਕੁ ਸਿੱਖਣ ਤੱਕ ਮਤਲਬ ਹੁੰਦਾ ਜਿਸ ਨਾਲ ਸਾਡਾ ਕੋਈ ਦੁਨਿਆਵੀ ਕੰਮਕਾਰ ਸੌਰਦਾ ਹੋਵੇ। ਪਰਮਾਰਥ ਨੂੰ ਸਵਾਰਨ ਵਾਲੀ ਗੱਲ, ਉਹਦੇ ਵੱਲ ਸਾਡਾ ਸਾਧ ਸੰਗਤ ਜੀ ਉੱਕਾ ਹੀ ਧਿਆਨ ਨਹੀਂ। ਅਸੀਂ ਦੁਨਿਆਵੀ ਪੜ੍ਹਾਈ ਪੜ੍ਹਦੇ ਹਾਂ, ਆਪੋ ਆਪਣੇ ਬੱਚਿਆਂ ਨੂੰ ਬਹੁਤ ਮਹਿੰਗੇ ਕਨਵੈਂਟ ਸਕੂਲਾਂ ਵਿੱਚ ਵੀ ਪਾਉਂਦੇ ਆ। ਇਹਨਾਂ ਨੂੰ ਅੰਗਰੇਜ਼ੀ ਚੰਗੀ ਆ ਜਾਵੇ,
ਇਹ ਕਲਾਸਾਂ ਦੇ ਵਿੱਚੋਂ ਚੰਗੇ ਅੰਕ ਲੈ ਕੇ ਪਾਸ ਹੋਣ, ਚੰਗੀਆਂ ਪੋਜੀਸ਼ਨਾਂ ਹਾਸਲ ਕਰਨ, ਤਾਂ ਕਿ ਕੱਲ੍ਹ ਨੂੰ ਇਹਨਾਂ ਨੂੰ ਕੋਈ ਚੰਗੀ ਨੌਕਰੀ ਮਿਲ ਜਾਵੇ, ਜਿਸ ਨਾਲ ਸਾਡੇ ਘਰ ਦੇ ਵਿੱਚ ਧਨ ਬਹੁਤਾ ਆਵੇ। ਦੁਨਿਆਵੀ ਧਨ ਇਕੱਤਰ ਕਰਨ ਵੱਲ ਬਹੁਤ ਦਿਨ ਰਾਤ ਅਸੀਂ ਇੱਕ ਕੀਤਾ ਹੋਇਆ ਹੈ, ਪਰ ਜਿਹੜਾ ਨਾਮ ਦਾ ਧਨ ਇਕੱਠਾ ਕਰਨਾ, ਗੁਰਬਾਣੀ ਪੜ੍ਹ ਕੇ, ਵਾਹਿਗੁਰੂ ਦਾ ਸਿਮਰਨ ਕਰਕੇ, ਮਹਾਂਪੁਰਖਾਂ ਦੇ ਬਚਨ ਪੜ੍ਹ ਕੇ ਉਹ ਨਾਮ ਧਨ ਨੂੰ ਇਕੱਠਾ ਕਰਨ ਵਾਲੇ ਪਾਸਿਓਂ ਅਸੀਂ ਬਹੁਤ ਪਛੜ ਚੁੱਕੇ ਹਾਂ। ਠੀਕ ਹੈ, ਦੁਨਿਆਵੀ ਮਾਇਆ, ਦੁਨਿਆਵੀ ਪੈਸਾ, ਮਣੀ ਬਹੁਤ ਕੁਝ ਹੈ, ਪਰ ਸਾਰਾ ਕੁਝ ਨਹੀਂ ਹੈ। ਅਧਿਆਤਮਿਕ ਪੱਖ ਨੂੰ ਛੱਡ ਕੇ, ਪਰਮਾਰਥ ਦੇ ਪੱਖ ਨੂੰ ਛੱਡ ਕੇ ਤੇ ਵਿਹਾਰਕ ਲਾਈਨ ਦੇ ਵਿੱਚ ਇੰਨਾ ਪ੍ਰਵਿਰਤ ਹੋ ਜਾਣਾ ਕਿ ਪਰਮਾਰਥ ਵਾਸਤੇ ਸਾਡੇ ਕੋਲ ਸਮਾਂ ਹੀ ਨਾ ਬਚੇ। ਤੇ ਸਾਧ ਸੰਗਤ ਜੀ, ਫਿਰ ਇਕੱਲੇ ਦੁਨਿਆਵੀ ਮਾਇਆ ਨੇ ਸਾਨੂੰ ਹਰ ਜਗ੍ਹਾ ਦੇ ਉੱਤੇ ਕੰਮ ਨਹੀਂ ਦੇਣਾ। ਠੀਕ ਹੈ, ਕਈ ਜਗ੍ਹਾ, ਬਹੁਤ ਜਗ੍ਹਾ ਕੰਮ ਆਉਂਦੀ ਹੈ, ਮਾਇਆ ਦੀ ਲੋੜ ਹੈ, ਮਾਇਆ ਤੋਂ ਬਿਨਾਂ ਕੋਈ ਕੰਮ ਨਹੀਂ ਚੱਲਦਾ। ਕੰਗ ਸਾਬੂ ਤੋਂ ਸਾਧ ਸੰਗਤ ਜੀ ਬੱਸ ਦੇ ਉੱਤੇ, ਆਟੋ ਦੇ ਉੱਤੇ ਚੜ੍ਹ ਜਾਓ, ਜੇ ਤਾਂ ਜੇਬ ਵਿੱਚ ਪੈਸੇ ਹੈ ਤਾਂ ਨਕੋਦਰ ਪਹੁੰਚ ਜਾਓਗੇ ਜਾਂ ਦੂਜੀ ਸਾਈਡ ਜਲੰਧਰ ਪਹੁੰਚ ਜਾਓਗੇ, ਤੇ ਜੇ ਪੈਸੇ ਨਹੀਂ ਤੇ ਆਟੋ ਵਾਲੇ ਨੇ ਸਾਧ ਸੰਗਤ ਜੀ ਆ ਵੇਈ ਦੇ ਕੋਲੇ ਜਾ ਕੇ ਲਾ ਦੇਣਾ ਵੀ ਪੈਸੇ ਨਹੀਂ ਹੈਗੇ ਤੇ ਥੱਲੇ ਉਤਰ। ਮਾਇਆ ਦੀ ਲੋੜ ਹੈ, ਹਰ ਇੱਕ ਨੂੰ ਲੋੜ ਹੈ, ਚਾਹੇ ਕੋਈ ਦੁਨਿਆਵੀ ਧੰਦੇ ਧੰਦਾਰਾਂ ਵਿੱਚ ਵਿਚਰਦਾ ਹੈ, ਚਾਹੇ ਸਾਧ ਸੰਗਤ ਜੀ ਕੋਈ ਧਾਰਮਿਕ ਲਾਈਨ ਦੇ ਵਿੱਚ ਹੈ। ਮਾਇਆ ਸਭ ਨੂੰ ਚਾਹੀਦੀ ਹੈ। ਦੁਨੀਆ ਦੇ ਵਿੱਚ ਦੌਲਤ ਗੁਜ਼ਰਾਨ ਹੈ, ਔਰਤ ਈਮਾਨ ਹੈ, ਪੁੱਤਰ ਨਿਸ਼ਾਨ ਹੈ। ਸਤਿਗੁਰੂ ਜੀ ਦੇ ਇਤਿਹਾਸ ਵਿੱਚੋਂ ਬਚਨ ਮਿਲਦੇ ਹੈ, ਪਰ ਗੁਜ਼ਾਰੇ ਮਾਤਰ ਚਾਹੀਦੀ ਹੈ। ਇਹ ਨਹੀਂ ਕਿ ਸਭ ਕੁਝ ਮਾਇਆ ਨੂੰ ਸਮਝ ਲਈਏ। ਕਿਸੇ ਅੰਗਰੇਜ਼ ਫਿਲਾਸਫਰ ਦਾ ਕਥਨ ਹੈ, ਮਨੀ ਇਜ਼ ਸਮਥਿੰਗ ਬਟ ਨਾਟ ਐਵਰੀਥਿੰਗ। ਮਾਇਆ ਬਹੁਤ ਕੁਝ ਤਾਂ ਹੈ, ਪਰ ਸਭ ਕੁਝ ਨਹੀਂ ਹੈ। ਬਹੁਤ ਕੁਝ ਅਤੇ ਸਭ ਕੁਝ, ਇਹਦੇ ਵਿੱਚ ਅੰਤਰ ਨੂੰ ਸਮਝੀਏ। ਸਭ ਕੁਝ ਕੀ ਹੈ? ਵਾਹਿਗੁਰੂ ਦੇ ਨਾਮ ਦਾ ਧਨ ਅਸੀਂ ਕਿੰਨਾ ਇਕੱਤਰ ਕੀਤਾ, ਕਿਸ ਮਕਸਦ ਵਾਸਤੇ ਇਸ ਦੁਨੀਆ ਵਿੱਚ ਆਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੈ ਅਨ ਲਾਲਚ, ਅਨ ਨਾਮ ਹੈ ਹੋਰ ਦਾ। ਹੋਰ ਲਾਲਚਾਂ ਵਿੱਚ ਤਾਂ ਲੱਗਿਆ ਰਿਹਾ, ਬਿਰਥਾ ਜਨਮ ਪੁਰਾਣੀ, ਜਿਸ ਕਰਕੇ ਤੇਰਾ ਜਨਮ ਜਿਹੜਾ ਇਹ ਵਿਅਰਥ ਚਲਿਆ ਗਿਆ। ਬੜੀ ਦੇਰ ਬਾਅਦ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਹੀ ਮਾਨਸ ਦੇਹੀ ਪ੍ਰਾਪਤ ਹੋਈ ਸੀ, ਭਈ ਪ੍ਰਾਪਤ ਮਾਨੁਖ ਦੇਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰ ਨਿਰਾ ਦੁਨਿਆਵੀ ਸੁੱਖਾਂ ਵਾਸਤੇ ਹੀ, ਦੁਨਿਆਵੀ ਸਹੂਲਤਾਂ ਵਾਸਤੇ, ਐਸ਼ਵਰਜ ਵਾਸਤੇ ਇਹ ਜ਼ਿੰਦਗੀ ਬਤੀਤ ਕਰ ਦਿੱਤੀ। ਤੇ ਸਾਧ ਸੰਗਤ, ਜਿਸ ਪਰਮੇਸ਼ਰ ਨੇ ਜਿਸ ਮਿਸ਼ਨ ਦੇ ਤਹਿਤ ਸਾਨੂੰ ਇਸ ਦੁਨੀਆ ਦੇ ਉੱਤੇ, ਇਸ ਧਰਤੀ ਦੇ ਉੱਤੇ ਭੇਜਿਆ, 84 ਲੱਖ ਜੂਨਾਂ ਦਾ ਸਰਦਾਰ ਬਣਾ ਕੇ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ, ਉਹਦੇ ਵਚਨਾਂ ਤੋਂ ਤਾਂ ਬੇਮੁਖ ਹੋ ਗਏ ਨਾ, ਉਹਦਾ ਵਚਨ ਤਾਂ ਨਾ ਮੰਨਿਆ। ਦੁਨਿਆਵੀ ਕੰਮ, ਵਿਵਹਾਰਕ ਕੰਮ ਕਰਨੇ ਚਾਹੀਦੇ ਆ, ਪਰ ਵਿਵਹਾਰਕ ਲਾਈਨ ਦੇ ਵਿੱਚ ਵਿਚਰਦੇ ਆ ਪਰਮਾਰਥ ਦਾ ਪੱਲਾ ਨਾ ਛੱਡੀਏ। ਜਿੰਨਾ ਹੋ ਸਕਦਾ ਹੈ ਵੱਧ ਤੋਂ ਵੱਧ ਯਤਨ ਕਰੀਏ, ਗੁਰੂ ਕੀ ਬਾਣੀ ਪੜ੍ਹੀਏ, ਗੁਰੂ ਕੀ ਬਾਣੀ ਦੇ ਉਪਦੇਸ਼ ਦੇ ਉੱਤੇ ਚੱਲੀਏ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ, ਵਾਹਿਗੁਰੂ ਮੰਤਰ ਦੇ ਨਾਲ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਦੇ ਨਾਲ ਜੁੜੀਏ। ਚਾਹੇ ਪੜ੍ਹੇ ਲਿਖੇ ਹਾਂ, ਚਾਹੇ ਅਨਪੜ੍ਹ ਹਾਂ, ਸਾਧ ਸੰਗਤ ਜੀ ਜ਼ਰੂਰ ਬੰਦਗੀ ਵਾਸਤੇ ਸਮਾਂ ਕੱਢਣਾ ਚਾਹੀਦਾ। ਦੁਨਿਆਵੀ ਪ੍ਰੇਰਨਾ ਸਾਨੂੰ ਬਹੁਤ ਹੁੰਦੀ ਹੈ ਜੀ, ਮਾਇਆ ਸਫਲੀ ਕਰੋ, ਸਾਂਝਾ ਕੋਈ ਕੰਮਕਾਰ ਸੇਵਾ ਦਾ ਕਾਰਜ ਹੈ, ਧਾਰਮਿਕ ਸਮਾਗਮ ਹੈ, ਤੇ ਆਪ ਜੀ ਮਾਇਆ ਦਿੰਦੇ ਹੋ ਬੜੇ ਉਤਸ਼ਾਹ ਦੇ ਸਹਿਤ। ਮਨ ਵਿੱਚ ਭਾਵਨਾ ਹੁੰਦੀ ਹੈ ਸਾਡੀ ਕਿਰਤ ਕਮਾਈ ਸਫਲੀ ਹੋਵੇ, ਵਾਹਿਗੁਰੂ ਇਹਦੇ ਵਿੱਚ ਹੋਰ ਵਾਧਾ ਬਖਸ਼ੇ। ਪਰ ਸਾਧ ਸੰਗਤ ਜੀ, ਜਿਹੜੇ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ 24 ਘੰਟਿਆਂ ਦਾ ਨਿੱਤਾ ਪ੍ਰਤੀ ਸਮਾਂ ਹਰ ਇੱਕ ਨੂੰ, ਅਮੀਰ ਨੂੰ, ਗਰੀਬ ਨੂੰ, ਗੋਰੇ ਨੂੰ, ਕਾਲੇ ਨੂੰ, ਇਸਤਰੀ ਨੂੰ, ਮਰਦ ਨੂੰ, ਬੱਚੇ ਨੂੰ, ਬਜ਼ੁਰਗ ਨੂੰ, ਨੌਜਵਾਨ ਨੂੰ, ਸਾਰਿਆਂ ਨੂੰ ਦਿੱਤਾ ਹੈ। ਉਹ ਸਮੇਂ ਦਾ ਵੀ ਤਾਂ ਦਸਵੰਧ ਜ਼ਰੂਰੀ ਹੈ ਨਾ।
ਕਿਸੇ ਇੱਕ ਦੂਜੇ ਵੱਲ ਦੇਖਣ ਦੀ ਬਜਾਏ ਆਪੋ ਆਪਣੇ ਮਨਾਂ ਵਿੱਚ ਝਾਤੀ ਮਾਰੀਏ, ਅਸੀਂ ਕਿੰਨਾ ਕੁ ਦਸਵੰਧ ਕੱਢਦੇ ਆ। 24 ਘੰਟਿਆਂ ਦਾ 2.5 ਘੰਟੇ ਬਣਦਾ, ਕੀ 2.5 ਘੰਟੇ ਸਾਡੇ ਸੇਵਾ ਵਿੱਚ, ਸਿਮਰਨ ਵਿੱਚ, ਗੁਰੂ ਕੀ ਯਾਦ ਵਿੱਚ, ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਦੇ ਵਿੱਚ ਬਤੀਤ ਹੁੰਦੇ ਆ। ਔਰ ਜ਼ਰੂਰੀ ਨਹੀਂ ਕਿ 2.5 ਘੰਟੇ ਇੱਕੋ ਚੌਂਕੜੇ ਤੁਸੀਂ ਬਤੀਤ ਕਰਦੇ ਨੇ। ਥੋੜ੍ਹਾ ਥੋੜ੍ਹਾ ਸਮਾਂ ਲਾ ਲਓ। ਆਰੰਭਤਾ ਥੋੜ੍ਹੇ ਸਮੇਂ ਤੇ ਕਰ ਲਓ। ਜਦੋਂ ਆਰੰਭਤਾ ਹੋ ਗਈ ਤੇ ਸਾਧ ਸੰਗਤ ਜੀ ਵਿਦਵਾਨਾਂ ਦਾ ਕਥਨ ਹੈ, ਸ਼ੁਰੂਆਤ ਚੰਗੀ ਹੋਵੇ ਤੇ ਅੱਧਾ ਕੰਮ ਜਿਹੜਾ ਸਾਧ ਸੰਗਤ ਜੀ ਉਹ ਚੰਗੀ ਸ਼ੁਰੂਆਤ ਦੇ ਨਾਲ ਨਿਬੜ ਜਾਂਦਾ। ਚੰਗਾ ਫਲੋ ਬਣ ਜਾਏਗਾ, ਚੰਗਾ ਸਾਡਾ ਰੂਟੀਨ ਬਣ ਜਾਵੇਗਾ ਤੇ ਹੌਲੀ ਹੌਲੀ ਇਹ ਸਮਾਂ ਵੱਧਦਾ ਜਾਏਗਾ। ਫਿਰ ਗੁਰੂ ਦੀ ਕਿਰਪਾ ਹੋ ਜਾਣੀ ਹੈ, ਰਸ ਆਉਣ ਲੱਗ ਜਾਣਾ ਹੈ ਤੇ ਇਸ ਤਰੀਕੇ ਦੇ ਨਾਲ ਸਾਡਾ ਸਮਾਂ ਵੀ ਸਫਲਾ ਹੋਣਾ ਸ਼ੁਰੂ ਹੋ ਜਾਏਗਾ। ਉਮਰ ਊਹਾਂ ਵਿੱਚ ਲੇਖੇ ਦੇ, ਜੋ ਯਾਦ ਸਾਈਂ ਵਿੱਚ ਗੁਜ਼ਰੇ, ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਇਸ ਨੀਲੇ ਹੁਜਰੇ, ਸੰਝ ਤੇ ਫਜਰੇ। ਉਹੀ ਉਮਰ, ਉਹੀ ਘੜੀਆਂ, ਉਹੀ ਪਲ, ਉਹੀ ਮਿੰਟ, ਉਹੀ ਸੈਕਿੰਡ ਸਾਡੇ ਸਾਧ ਸੰਗਤ ਲੇਖੇ ਵਿੱਚ ਹੈ, ਜਿਹੜੇ ਸਾਡੇ ਪਿਆਰੇ ਪਰਮੇਸ਼ਰ ਦੀ ਯਾਦ ਵਿੱਚ ਬਤੀਤ ਹੋ ਜਾਣ। ਨਹੀਂ ਤਾਂ ਸਵੇਰੇ ਸ਼ਾਮ ਸਮਾਂ ਤਾਂ ਲੰਘਦਾ ਹੀ ਜਾ ਰਿਹਾ, ਸਾਨੂੰ ਹਾਸਲ ਕੀ ਹੈ, ਪ੍ਰਾਪਤੀ ਕੀ ਹੈ? ਪ੍ਰਾਪਤੀ ਵਾਲੇ ਪਾਸੇ ਵਧੀਏ। ਤੇ ਸਾਧ ਸੰਗਤ ਜੀ, ਇਹ ਪ੍ਰਾਪਤੀ ਅਸੀਂ ਕਿਸ ਮਾਰਗ ਦੇ ਉੱਤੇ ਚੱਲਣਾ ਹੈ, ਇਸ ਨੂੰ ਸੁਚੇਤ ਕਰਨ ਦੇ ਲਈ, ਇਸ ਮਾਰਗ ਦੇ ਉੱਤੇ ਸਾਨੂੰ ਭੁੱਲਿਆਂ ਭਟਕਿਆਂ ਨੂੰ ਦੁਬਾਰਾ ਪਾਉਣ ਦੇ ਲਈ ਪ੍ਰਮਾਤਮਾ ਆਪਣੇ ਨਿਤ ਅਵਤਾਰ ਸਾਧੂ ਮਹਾਤਮਾ ਨੂੰ ਇਸ ਧਰਤੀ ਦੇ ਉੱਤੇ ਭੇਜਦਾ। ਉਹ ਆ ਕੇ ਫਿਰ ਸਾਨੂੰ ਟੁੱਟੀਆਂ ਹੋਈਆਂ ਰੂਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਦੇ ਆ। ਕਿਉਂਕਿ ਇੱਕ ਜਗਦਾ ਹੋਇਆ ਦੀਵਾ ਸੈਂਕੜੇ ਹਜ਼ਾਰਾਂ ਲੱਖਾਂ ਕਰੋੜਾਂ ਦੀਵਿਆਂ ਨੂੰ ਰੌਸ਼ਨੀ ਦੇ ਸਕਦਾ, ਜਗਾ ਸਕਦਾ ਹੈ। ਜਿਹੜਾ ਆਪ ਹੀ ਬੁਝਿਆ ਹੋਵੇ ਉਹਨੇ ਕਿਸੇ ਨੂੰ ਕੀ ਜਗਾਉਣਾ ਹੈ? ਉਹ ਮਹਾਂਪੁਰਖਾਂ ਦੀ ਜੋਤ ਪਰਮਾਤਮਾ ਵੱਲੋਂ ਜਗਦੀ ਹੁੰਦੀ ਹੈ ਤੇ ਸੰਸਾਰ ਵਿੱਚ ਆ ਕੇ ਕਿੰਨੀਆਂ ਰੂਹਾਂ ਨੂੰ ਸਾਧ ਸੰਗਤ ਜੀ ਜਾਗਰਤ ਕਰਕੇ ਚਲੇ ਜਾਂਦੇ ਆ। ਆਪੋ ਆਪਣੇ ਸਮਿਆਂ ਵਿੱਚ ਆਪੋ ਆਪਣੀਆਂ ਡਿਊਟੀਆਂ ਨਿਭਾ ਕੇ ਕਿੰਨੇ ਸਾਧੂ ਮਹਾਤਮਾ ਇਸ ਧਰਤੀ ਤੇ ਹੋ ਕੇ ਚਲੇ ਗਏ ਆ। ਸਤਯੁਗ ਦੇ ਸਮੇਂ ਤੋਂ ਦੇਖ ਲਓ, ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਉਹ ਨਾਮ ਜਪ ਕੇ ਚਲੇ ਗਏ, ਸਤਯੁਗ ਵੇਲੇ ਦੀ ਗੱਲ ਹੈ। ਪਰ ਗੁਰੂ ਕੀ ਬਾਣੀ ਦੇ ਵਿੱਚ ਬੈਠੇ ਹੋਏ ਅੱਜ ਵੀ ਸਾਨੂੰ ਪ੍ਰੇਰਨਾ ਦੇ ਰਹੇ ਆ ਵੀ ਨਾਮ ਕਿਵੇਂ ਜਪਣਾ ਚਾਹੀਦਾ। ਜਦੋਂ ਕਿਤੇ ਨਾਮ ਜਪਣ ਦੀ ਗੱਲ ਆਉਂਦੀ ਹੈ, ਜੁਗਤੀ ਕੀ ਹੈ ਜੀ, ਜਪਣਾ ਕਿਵੇਂ ਚਾਹੀਦਾ, ਤੇ ਸਤਿਗੁਰੂ ਦੀ ਬਾਣੀ ਫਿਰ ਸਾਨੂੰ ਉਹਨਾਂ ਸੰਤਾਂ ਭਗਤਾਂ ਮਹਾਂਪੁਰਖਾਂ ਦੀਆਂ ਉਦਾਹਰਨਾਂ ਦੇ ਕੇ ਦੱਸਦੀ ਹੈ। ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਜਿਵੇਂ ਧਰੂ ਨੇ ਜਪਿਆ, ਜਿਵੇਂ ਪ੍ਰਹਲਾਦ ਨੇ ਜਪਿਆ, ਉਸ ਤਰ੍ਹਾਂ ਜਪੋ। ਜਿਵੇਂ ਭਗਤ ਧੰਨਾ ਜੀ ਨੇ ਭੋਲੇ ਭਾਏ ਮਿਲਿਆ ਰਘੁਰਾਇਆ ਭਾਵਨਾ ਵਿੱਚ ਆ ਕੇ ਜਪਿਆ, ਮਨ ਨੂੰ ਭੋਲੇ ਭਾਵ ਵਿੱਚ ਲਿਆ ਕੇ ਆਪਣੇ ਆਪ ਨੂੰ ਅਣਜਾਣ ਸਮਝ ਕੇ ਕਿ ਮੈਂ ਕੁਝ ਜਾਣਦਾ ਨਹੀਂ, ਜੋ ਕੁਝ ਹੋ ਵਰਤ ਰਿਹਾ, ਸਾਰੀ ਕਲਾ, ਸਾਰਾ ਵਰਤਾਰਾ, ਸਾਰੀ ਖੇਡ ਉਹ ਪਰਮਾਤਮਾ ਦੀ ਹੈ, ਮੈਂ ਉਹਦੇ ਹੁਕਮ ਵਿੱਚ ਹੈ। ਉਹਦਾ ਹੁਕਮੀ ਬੰਦਾ ਬਣ ਕੇ ਜਪੀਏ। ਇਹ ਮੈਸੇਜ ਸਾਡੇ ਤੱਕ ਕਨਵੇ ਕਰਨ ਆਉਂਦੇ ਆ ਮਹਾਂਪੁਰਖ। ਇਹ ਪਰਮਾਤਮਾ ਦਾ ਸੁਨੇਹਾ ਸਾਡੇ ਮਾਇਆ ਦੀ ਚਕਾਚੌਂਧ ਦੇ ਵਿੱਚ ਝੁੰਧਿਆ ਚੁੱਕੀਆਂ ਅੱਖਾਂ ਨੂੰ ਦਿਖਾਉਣ ਵਾਸਤੇ, ਔਰ ਸਾਧ ਸੰਗਤ ਜੀ ਮਾਇਆ ਦੀ ਛਣਕਾਰ ਵਿੱਚ, ਡਾਲਰਾਂ ਦੀ ਛਣਕਾਰ ਵਿੱਚ, ਪਾਉਂਡਾਂ ਦੀ ਛਣਕਾਰ ਵਿੱਚ, ਰੁਪਈਆਂ ਦੀ ਛਣਕਾਰ ਦੇ ਵਿੱਚ ਬੋਲੇ ਹੋ ਚੁੱਕੇ ਸਾਡੇ ਕੰਨਾਂ ਤੱਕ ਪਰਮਾਤਮਾ ਦਾ ਇਹ ਸੁਨੇਹਾ ਦੇਣ ਵਾਸਤੇ ਮਹਾਂਪੁਰਖ ਇਹ ਦੁਨੀਆ ਉੱਤੇ ਆਉਂਦੇ ਆ। ਨਹੀਂ ਤਾਂ ਮਾਇਆ ਧਾਰੀ ਦੀ ਬਾਬਤ ਤਾਂ ਸਤਿਗੁਰੂ ਕਹਿੰਦੇ ਆ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਾਈ ਬਹੁ ਰੋਲ ਕਝੋਲਾ। ਗੁਰੂ का शब्द सुनता ही नहीं। पर महापुरख साध संगत जी बाਹਾਂ ਕੱਢ ਕੱਢ ਕੇ ਸਾਨੂੰ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੋੜਦੇ ਆ। ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਹ ਕੁ ਕੀਜੈ, ਜੇ ਆਤਮ ਕੋ ਸੁਖ ਸੁਖ ਨਿਤ ਲੋੜੋ,
ਤਾਂ ਹਰ ਕੀ ਸ਼ਰਨ ਪਵੀਜੈ। ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆ ਜਾ। ਜੇ ਆਤਮਿਕ ਸੁਖ ਸਦੀਵੀ ਸੁਖ ਚਾਹੁੰਦਾ ਹੈ, ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ। ਇੱਕ ਤਾਂ ਹੈਗਾ ਛਿਨ ਮਾਤਰ ਸੁਖ, ਸੁਖ ਆਇਆ ਫਿਰ ਚਲਿਆ ਗਿਆ, ਪਰ ਇੱਕ ਸਦਾ ਸੁਖ ਹੈ। ਉਹ ਸਦੀਵੀ ਸੁਖ ਜਿਹੜਾ ਪ੍ਰਾਪਤ ਕਰਨਾ ਹੈ ਤੇ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਲੈ। ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਨ ਵਾਸਤੇ ਮਹਾਂਪੁਰਖ ਇਹ ਦੁਨੀਆ ਵਿੱਚ ਆਉਂਦੇ ਆ, ਔਰ ਉਹਨਾਂ ਦੀ ਐਸੀ ਇੱਜ਼ਤ ਐਸਾ ਮਾਣ ਗੁਰੂ ਕੀ ਬਾਣੀ ਨੇ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਬਚਨ ਆਪਾਂ ਪੜ੍ਹਦੇ ਸੁਣਦੇ ਹਾਂ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਸੇਵਾ ਵਾਸਤੇ ਕਹਿੰਦੇ ਦੋਵੇਂ ਭਲੇ ਆ, ਦੋਵੇਂ ਚੰਗੇ ਆ। ਇੱਕ ਸੰਤ ਹੈ, ਇੱਕ ਰਮਿਆ ਹੋਇਆ ਹਰ ਜਗ੍ਹਾ ਦੇ ਉੱਤੇ ਵਿਰਾਜਮਾਨ, ਹਰ ਜਗ੍ਹਾ ਦੇ ਉੱਤੇ ਜਿਹਦੀ ਜੋਤ ਵਰਤ ਰਹੀ ਹੈ। ਸਭ ਮਹਿ ਜੋਤ ਜੋਤ ਹੈ ਸੋਏ ਉਹ ਪਰਮਾਤਮਾ ਹੈ। ਦੋਵਾਂ ਦੀ ਸੇਵਾ ਕਰਨੀ ਭਲੀ ਹੈ, ਕਿਉਂਕਿ ਰਾਮ ਉਹ ਮੁਕਤੀ ਦਾ ਦਾਤਾ ਹੈ। ਜਨਮ ਮਰਨ ਤੋਂ ਰਹਿਤ ਕਰ ਦੇਵੇਗਾ। 84 ਲੱਖ ਜੂਨਾਂ ਦੇ ਚੱਕਰ ਤੋਂ ਡੈਥ ਬਰਥ ਦਾ ਜਿਹੜਾ ਸਰਕਲ ਬਣਿਆ ਹੋਇਆ ਹੈ, ਇਹਦੇ ਤੋਂ ਮੁਕਤ ਕਰ ਦੇਗਾ, ਫ੍ਰੀ ਕਰ ਦੇਗਾ। ਤੇ ਉਹ ਮੁਕਤੀ ਵਾਸਤੇ, ਇਹ ਫ੍ਰੀ ਕਰਨ ਵਾਸਤੇ ਜਿਹੜਾ ਸਬੱਬ ਬਣਾਉਣਗੇ ਉਹ ਰੱਬ ਦੇ ਪਿਆਰੇ ਬਣਾਉਣਗੇ। ਉਹ ਕਿਵੇਂ ਬਣਾਉਣਗੇ? ਸੰਤ ਜਪਾਵੈ ਨਾਮ। ਸੰਤ ਰੱਬ ਦਾ ਨਾਮ ਜਪਾਉਂਦੇ ਹੈ, ਪਰਮਾਤਮਾ ਦੇ ਨਾਲ ਜੋੜਦੇ ਹੈ। ਇਸ ਕਰਕੇ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ, ਹੋਏ ਵਿਚੋਲਾ ਆਣ ਮਿਲਾਵੈ। ਇੱਕ ਵਿਚੋਲੇ ਦੀ ਤਰ੍ਹਾਂ ਆਪਣੀ ਭੂਮਿਕਾ ਨਿਭਾ ਕੇ, ਆਪਣਾ ਰੋਲ ਨਿਭਾ ਕੇ ਰੱਬ ਦੇ ਪਿਆਰੇ ਫਿਰ ਪਰਮਾਤਮਾ ਦੇ ਭਾਣੇ ਅਨੁਸਾਰ ਉਹ ਇਸ ਦੁਨੀਆ ਤੋਂ ਚਲੇ ਜਾਂਦੇ ਆ। ਜਿਵੇਂ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ, ਉਹ ਇਹ ਦੁਨੀਆ ਵਿੱਚ ਆਏ, ਖੁਦ ਬੰਦਗੀ ਕੀਤੀ, ਵਿਦਿਆ ਪੜ੍ਹੀ, ਵਿਦਿਆ ਦੇ ਮਹਾਨ ਖਜ਼ਾਨੇ ਬਖਸ਼ਿਸ਼ ਕਰਕੇ ਸਾਨੂੰ ਨਾਮ ਬਾਣੀ ਦਾ ਉਪਦੇਸ਼ ਬਖਸ਼ਿਸ਼ ਕਰਕੇ ਸਾਧ ਸੰਗਤ ਜੀ ਇਹ ਦੁਨੀਆ ਦੇ ਉੱਤੋਂ ਚਲੇ ਗਏ, ਪਰਮਾਤਮਾ ਦੇ ਨਾਲ ਇਕਮਿਕ ਹੋ ਗਏ, ਉਹਨਾਂ ਦੇ ਚਰਨਾਂ ਵਿੱਚ ਜਾ ਬਰਾਜੇ। ਇਸੇ ਤਰ੍ਹਾਂ ਹੋਰ ਬਹੁਤ ਸਾਧੂ ਮਹਾਤਮਾ, ਉਹਨਾਂ ਮਹਾਂਪੁਰਖਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਅੱਜ ਦੇ ਆਪਾਂ ਇਸ ਸਮਾਗਮ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰੂ ਦੀ ਬਾਣੀ ਦੇ ਵਚਨ ਹਨ, ਜਹ ਘਰ ਸਾਧ ਨਾ ਸੇਵੀਆ, ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ ਭੂਤ ਬਸੈ ਤਿਨ ਮਾਹੀ। ਜਿਹੜੇ ਘਰਾਂ ਦੇ ਵਿੱਚ ਸਾਧੂਆਂ ਦੀ ਸੇਵਾ ਨਹੀਂ, ਜਾਂ ਜਿਨ੍ਹਾਂ ਹਿਰਦੇ ਰੂਪੀ ਘਰਾਂ ਦੇ ਵਿੱਚ ਸਾਧੂ ਮਹਾਤਮਾ ਦਾ ਅਦਬ ਨਹੀਂ ਹੈ, ਸਤਿਕਾਰ ਨਹੀਂ ਹੈ। ਹਰ ਕੀ ਸੇਵਾ ਨਾ ਹੈ, ਹਰੀ ਪ੍ਰਮਾਤਮਾ ਦੀ ਸੇਵਾ ਨਹੀਂ। ਤੇ ਘਰ ਮਰਹਟ ਸਾਰਖੇ, ਮਤ ਜਾਣੋ ਕਿ ਉਹ ਵਸਦੇ ਰਸਦੇ ਘਰ ਹੈ, ਕੋਠੀਆਂ ਮਹੱਲ ਹਨ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਡੀ ਨਜ਼ਰ ਦੇ ਵਿੱਚ ਉਹ ਸ਼ਮਸ਼ਾਨ ਘਾਟ ਵਰਗੇ ਹੈ। ਸ਼ਮਸ਼ਾਨ ਘਾਟ ਵਿੱਚ ਕੌਣ ਰਹਿੰਦਾ ਭਾਈ? ਮਨੁੱਖ ਤਾਂ ਕੋਈ ਜਾ ਕੇ ਕੋਈ ਰਹਿੰਦਾ ਨਹੀਂ, ਉੱਥੇ ਤਾਂ ਮੁਰਦਿਆਂ ਦਾ ਹੀ ਵਾਸਾ ਨਾ, ਮੁਰਦੇ ਹੀ ਰਹਿੰਦੇ ਆ। ਮੁਰਦਿਆਂ ਨੂੰ ਲਿਜਾਇਆ ਜਾਂਦਾ, ਅੰਤਮ ਸੰਸਕਾਰ ਕਰ ਦਿੱਤਾ ਜਾਂਦਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਘਰਾਂ ਵਿੱਚ ਰੱਬ ਦੇ ਪਿਆਰਿਆਂ ਦਾ, ਸਾਧੂ ਮਹਾਤਮਾ ਦਾ ਸਤਿਕਾਰ ਨਹੀਂ ਹੈ, ਰੱਬ ਦੇ ਨਾਮ ਦੀ ਗੱਲ ਨਹੀਂ, ਬੰਦਗੀ ਨਹੀਂ, ਸੇਵਾ ਨਹੀਂ, ਪੂਜਾ ਨਹੀਂ, ਗੁਰਬਾਣੀ ਨਹੀਂ ਪੜ੍ਹੀ ਜਾਂਦੀ, ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸ਼ਮਸ਼ਾਨ ਘਾਟ ਵਰਗੇ, ਕਬਰਾਂ ਵਰਗੇ, ਕਬਰਸਤਾਨ ਵਰਗੇ ਉਹ ਘਰ ਹੈ। ਉਹਨਾਂ ਘਰਾਂ ਵਿੱਚ ਵਸਣ ਵਾਲਿਆਂ ਨੂੰ ਮਤ ਜਾਣੋ ਕਿ ਉਹ ਵਸਦੇ ਰਸਦੇ ਮਨੁੱਖ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭੂਤ ਵਸੈ ਤਿਨ ਮਾਹੇ। ਉਹਨਾਂ ਘਰਾਂ ਵਿੱਚ ਰਹਿਣ ਵਾਲੇ ਤਾਂ ਫਿਰ ਭੂਤ ਹੀ ਵਸਦੇ ਹੈ, ਭੂਤਾਂ ਵਰਗੇ ਨੇ ਉਹ ਲੋਕ। ਅੱਜ ਸਾਡੀ ਬਹੁਤ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਜੀ, ਸਾਨੂੰ ਕਿਸੇ ਨੇ ਕੁਝ ਕਰਾ ਦਿੱਤਾ, ਆ ਕਿਸੇ ਭੂਤ ਪ੍ਰੇਤ ਦਾ ਛਾਇਆ ਪੈ ਗਿਆ, ਪਰਛਾਵਾਂ ਪੈ ਗਿਆ, ਅਸੀਂ ਬੜੇ ਦੁਖੀ ਹਾਂ, ਮਾਨਸਿਕ ਤੌਰ ਦੇ ਉੱਤੇ ਬੜੇ ਪਰੇਸ਼ਾਨ ਹਾਂ। ਤੇ ਸਾਧ ਸੰਗਤ ਜੀ, ਸਤਿਗੁਰੂ ਦੀ ਬਾਣੀ ਵੀ ਕਹਿੰਦੀ ਹੈ ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਜ, ਇਹ ਵੀ ਜੂਨਾਂ ਹਨ। ਇਹਨਾਂ ਵਿੱਚ ਮੰਦਕਰਮੀ ਲੋਕ ਚਲੇ ਜਾਂਦੇ ਹੈ, ਤੇ ਜਿਹੜੇ ਘਰ ਹੀ ਸ਼ਮਸ਼ਾਨ ਘਾਟਾਂ ਵਰਗੇ ਹੈ, ਰੱਬ ਦੀ ਪੂਜਾ ਨਹੀਂ, ਰੱਬ ਦੇ ਪਿਆਰਿਆਂ ਦਾ ਸਤਿਕਾਰ ਨਹੀਂ, ਬਾਣੀ ਨਹੀਂ ਪੜ੍ਹੀ ਜਾਂਦੀ, ਤੇ ਉਹਦੇ ਵਿੱਚ ਵਸਣ ਵਾਲੇ ਆਪ ਭੂਤਾਂ ਵਰਗੇ ਆ। ਤੇ ਫਿਰ ਸਟਾਫ ਮੈਂਬਰ ਕੋਲੇ ਸਟਾਫ ਮੈਂਬਰ ਆ ਹੀ ਜਾਂਦਾ ਹੁੰਦਾ, ਭੂਤਾਂ ਕੋਲੇ ਫਿਰ ਭੂਤਾਂ ਨਹੀਂ ਆਉਣਾ, ਉੱਥੇ ਦੇਵਤੇ ਥੋੜ੍ਹੀ ਆਉਣਗੇ, ਉੱਥੇ ਸ਼ਹੀਦ ਸਿੰਘਾਂ ਨੇ ਥੋੜ੍ਹੀ ਆਉਣਾ ਕਿਰਪਾ ਕਰਨ ਵਾਸਤੇ।
ਉੱਥੇ ਤਾਂ ਫਿਰ ਸਾਧ ਸੰਗਤ ਜਿਸ ਤਰ੍ਹਾਂ ਦੇ ਲੋਕ ਵਸਦੇ ਹੈ, ਆਮ ਵੀ ਆਪਾਂ ਦੇਖਦੇ ਹਾਂ ਦੁਨੀਆ ਵਿੱਚ ਵਿਚਰਦੇ, ਆਪਾਂ ਆਪਣੇ ਵਿਚਾਰਾਂ ਨਾਲ ਮਿਲਦੇ ਜੁਲਦੇ ਬੰਦਿਆਂ ਦੀ ਸੰਗਤ ਭਾਲਦੇ ਹਾਂ। ਸਾਡੇ ਵਰਗਾ ਕੋਈ ਮਿਲ ਜਾਏ ਫਿਰ ਸਾਡੀ ਜੋੜੀ ਉਹਨਾਂ ਦੇ ਨਾਲ ਖੂਬ ਜੰਮਦੀ ਹੈ, ਬੜੀਆਂ ਮਹਿਫਲਾਂ ਲੱਗਦੀਆਂ। ਸ਼ਰਾਬੀ ਹੈ ਕੋਈ, ਉਹ ਸ਼ਰਾਬ ਪੀਣਿਆਂ ਦਾ ਸਾਥ ਲੱਭੇਗਾ, ਉੱਥੇ ਉਹਦੇ ਮਨ ਨੂੰ ਪ੍ਰਸੰਨਤਾ ਮਿਲੇਗੀ, ਖੁਸ਼ੀ ਮਿਲੇਗੀ। ਸਤਸੰਗੀ ਹੈ, ਉਹ ਰੱਬ ਦਾ ਨਾਮ ਲੈਣ ਵਾਲਿਆਂ ਦੀ ਸੰਗਤ ਦੇ ਵਿੱਚ ਉਹਨੂੰ ਆਨੰਦ ਆਵੇਗਾ। ਕੋਈ ਖਿਡਾਰੀ ਆ, ਉਹ ਖੇਡਾਂ ਦੀ ਗੱਲ ਕਰਨ ਵਾਲਿਆਂ ਦੇ ਵਿੱਚ ਉਹਦਾ ਮਨ ਪਰਚੇਗਾ। ਕੋਈ ਵਪਾਰੀ ਹੈ, ਪੈਸੇ ਦੀ ਗੱਲ ਕਰਨ ਵਾਲਿਆਂ ਵਿੱਚ ਉਹਦਾ ਮਨ ਪਰਚੇਗਾ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਆਪ ਵੀ ਭੂਤਾਂ ਵਰਗੇ ਆ, ਉਹਨਾਂ ਕੋਲੇ ਫਿਰ ਭੂਤ ਪ੍ਰੇਤ ਹੀ ਆਉਣੇ ਆ। ਤੇ ਘਰ ਮਰਹਟ ਸਾਰ ਕੇ ਭੂਤ ਵਸੈ ਤਨ ਮਾਹੀ। ਜਿਉਂਦੇ ਜੀ ਸਾਧ ਸੰਗਤ ਜੀ ਜੋ ਖੱਟ ਜਾਵਾਂਗੇ, ਕਮਾ ਜਾਵਾਂਗੇ, ਉਹਨੇ ਅੰਤਲੇ ਵੇਲੇ ਕੰਮ ਆਉਣਾ ਹੈ। ਨਹੀਂ ਤੇ ਸਾਧ ਸੰਗਤ ਬਾਕੀ ਸਭ ਕੁਝ ਇੱਥੇ ਧਰਿਆ ਧਰਾਇਆ ਰਹਿ ਜਾਣਾ। ਨਾ ਕੋਈ ਸਕਾ, ਨਾ ਸਰਬੰਧੀ, ਨਾ ਮਾਇਆ, ਨਾ ਜ਼ਮੀਨਾਂ ਜਾਇਦਾਦਾਂ, ਕਾਰਾਂ ਕੋਠੀਆਂ, ਕੁਝ ਵੀ ਨਾਲ ਨਹੀਂ ਜਾਵੇਗਾ। ਨਾਲ ਲਿਜਾਣ ਵਾਸਤੇ ਪ੍ਰਮਾਤਮਾ ਦੇ ਨਾਮ ਦੇ ਧਨ ਨੂੰ ਇਕੱਤਰ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੇ ਸੇਈ ਇਹ ਆਏ, ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾ ਕੇ ਕਾਮਾ। ਕਹਿੰਦੇ ਉਹੀ ਆਏ ਹੋਏ ਪ੍ਰਵਾਨਿਕ ਹੁੰਦੇ ਆ, ਸੰਸਾਰ ਦੇ ਉੱਤੇ ਆਇਆ ਉਹਨਾਂ ਦਾ ਸਫਲਾ ਹੁੰਦਾ ਹੈ, ਉਹਨਾਂ ਦਾ ਕਾਜ ਸਫਲਾ ਹੋ ਗਿਆ ਹੈ, ਕੰਮ ਸਵਰ ਗਿਆ ਹੈ। ਜਿਹੜੇ ਪ੍ਰਮਾਤਮਾ ਦੇ ਨਾਮ ਧਨ ਨੂੰ ਇਕੱਠੇ ਕਰਕੇ ਧਨਵਾਨ ਬਣ ਗਏ, ਰਿਚ ਬਣ ਗਏ, ਅਮੀਰ ਬਣ ਗਏ। ਭਾਗ ਠੜੇ ਹਰ ਸੰਤ ਤੁਮਾਰੇ, ਉਹ ਕੌਣ ਹੈ? ਹਰੀ ਪਰਮੇਸ਼ਰ ਦੇ ਸੰਤ। ਇਸ ਕਰਕੇ ਉਹਨਾਂ ਦੀਆਂ ਯਾਦਾਂ ਮਨਾਉਂਦੇ ਹੈ। ਨਹੀਂ ਦੁਨੀਆ ਦੇ ਉੱਤੋਂ ਨਿਤ ਦੁਨੀਆ ਜੰਮਦੀ ਹੈ, ਨਿਤ ਮਰਦੇ ਆ ਲੋਕ। ਕਿੰਨਿਆਂ ਕੁ ਵਾਸਤੇ ਸਾਧ ਸੰਗਤ ਜੀ ਵਿਸ਼ੇਸ਼ ਤੌਰ ਦੇ ਉੱਤੇ ਆਪਾਂ ਇਕੱਠੇ ਹੋ ਕੇ ਸਮਾਗਮ ਰਚਦੇ ਹਾਂ। ਕਿੰਨਿਆਂ ਕੁ ਵਾਸਤੇ ਗੁਰਮਤਿ ਕਥਾ ਵਿਚਾਰ ਕਰਦੇ ਆ। ਇੱਕ ਵਾਰ ਭੋਗ ਪੈ ਗਿਆ, ਬਸ ਉਸ ਤੋਂ ਬਾਅਦ ਕਹਾਣੀ ਖਤਮ। ਫਿਰ ਤਾਂ ਕਦੇ ਜੇ ਭੁੱਲ ਭੁਲੇਖੇ ਕੋਈ ਸਾਧ ਸੰਗਤ ਜੀ ਸਾਡੀ ਸੁਰਤ ਦੇ ਵਿੱਚ ਆ ਜਾਏ, ਸਾਡੇ ਸੁਪਨੇ ਵਿੱਚ ਆ ਜਾਏ, ਫਿਰ ਸਾਧ ਸੰਗਤ ਸਾਡੇ ਵਾਸਤੇ ਵਿਪਤਾ ਖੜੀ ਹੋ ਜਾਂਦੀ ਹੈ। ਫਿਰ ਸਿਆਣਿਆਂ ਕੋਲੋਂ ਪੁੱਛਾਂ ਲੈਂਦੇ ਫਿਰਦੇ ਆ, ਬਾਬਾ ਜੀ ਕੋਈ ਉਪਾਅ ਕਰ ਦਿਓ, ਸਾਨੂੰ ਤਾਂ ਰਾਤ ਨੂੰ ਵਿਹੜੇ ਵਿੱਚ ਬਾਪੂ ਤੁਰਿਆ ਫਿਰਦਾ ਦੀਂਦਾ। ਬੇਬੇ ਰਾਤ ਸੁਪਨੇ ਵਿੱਚ ਆ ਗਈ, ਕੋਈ ਕਰੋ ਉਪਾਅ। ਬਈ ਜਿਉਂਦੇ ਜੀ ਜਿਹਨੇ ਤੈਨੂੰ ਜਨਮ ਦਿੱਤਾ, ਪਾਲਿਆ, ਸੋਹਣਾ ਘਰ-ਬਾਰ ਬਣਾ ਕੇ ਦਿੱਤਾ, ਜੇ ਕਦੇ ਆਪਣੇ ਘਰ ਗੇੜਾ ਮਾਰ ਗਿਆ ਤੈਨੂੰ ਕੀ ਤਕਲੀਫ ਹੈ ਬਈ? ਪਰ ਅਸੀਂ ਡਰਦੇ ਹਾਂ। ਜਿਉਂਦਿਆਂ ਦੇ ਨਾਲ ਸਾਡਾ ਸੰਬੰਧ ਹੈ। ਜਦੋਂ ਸਾਧ ਸੰਗਤ ਉਹੀ ਮਨੁੱਖ ਚੜ੍ਹਾਈ ਕਰ ਜਾਂਦਾ ਨਾ, ਸਤਿਗੁਰੂ ਜੀ ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜਾਸਿਓ, ਪ੍ਰੇਤ ਪ੍ਰੇਤ ਕਰ ਭਾਗੀ। ਘਰ ਵਾਲੀ ਇਸਤਰੀ ਜਿਹਦੇ ਨਾਲ ਬਹੁਤ ਪ੍ਰੇਮ ਸੀ, ਆ ਤੇਰਾ ਸਰੀਰ ਚੜ੍ਹਾਈ ਕਰਨ ਦੀ ਦੇਰ ਹੈ, ਉਸੇ ਵੇਲੇ ਸਮਝਣ ਲੱਗ ਪੈਂਦੀ ਹੈ ਹੁਣ ਇਹ ਪ੍ਰੇਤ ਬਣ ਗਿਆ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਇੰਨਾ ਕੀ ਸੰਬੰਧ ਹੈ। ਸ਼ਮਸ਼ਾਨ ਘਾਟ ਦੇ ਵਿੱਚ ਵੀ ਕੋਈ ਨਿੰਮ ਦੀ ਕੌੜੀ ਪੱਤੀ ਚੱਬ ਕੇ ਮੁੜ ਆਉਂਦਾ, ਕੋਈ ਡੱਕੇ ਤੋੜ ਕੇ ਮੁੜ ਆਉਂਦਾ। ਉਹਦਾ ਭਾਵ ਕੀ ਹੁੰਦਾ? ਬਈ ਲੈ ਵੀ ਮਿੱਤਰਾ, ਅੱਜ ਤੋਂ ਤੇਰੀ ਮੇਰੀ ਟੁੱਟੀ, ਆਪਣਾ ਕੋਈ ਸੰਬੰਧ ਨਹੀਂ ਰਿਹਾ, ਹੁਣ ਤੂੰ ਆਪਣੇ ਘਰ ਰਾਜੀ ਤੇ ਮੈਂ ਆਪਣੇ ਘਰ ਰਾਜੀ। ਕੋਈ ਸੰਬੰਧ ਨਹੀਂ। ਜਿਸ ਵਸਤੂ ਦੇ ਨਾਲ ਸੰਬੰਧ ਹੈ, ਸਾਧ ਸੰਗਤ ਜੀ ਜਿਹਨੇ ਨਾਲ ਨਿਭਣਾ ਉਹਨੂੰ ਇਕੱਤਰ ਕਰਨ ਵਾਲੇ ਪਾਸੇ ਅਸੀਂ ਜਾਂਦੇ ਨਹੀਂ। ਤੇ ਜਿਹਨੇ ਸਾਥ ਨਿਭਾਉਣਾ ਹੀ ਨਹੀਂ, ਰਸਤੇ ਵਿੱਚ ਹੀ ਛੱਡ ਜਾਣਾ। ਸੁੱਖਾਂ ਦੀ ਸੰਗੀ ਹੈ ਜਿਹੜੇ, ਸੁਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਇ, ਉਹਨਾਂ ਦੇ ਨਾਲ ਸਾਡਾ ਹਿੱਤ ਹੈ, ਉਹਨਾਂ ਦੇ ਨਾਲ ਸਾਡਾ ਪ੍ਰੇਮ ਹੈ। ਪਰ ਰੱਬ ਦੇ ਪਿਆਰੇ ਸਾਧ ਸੰਗਤ ਜੀ ਸਾਨੂੰ ਸੁਚੇਤ ਕਰਨ ਵਾਸਤੇ, ਸਾਡੀ ਆਤਮਾ ਨੂੰ ਹਲੂਣਨ ਦੇ ਵਾਸਤੇ ਇਹ ਦੁਨੀਆ ਦੇ ਉੱਤੇ ਆਉਂਦੇ ਆ। ਭਾਈ ਆਹ ਕਾਜ ਕਰਨ ਵਾਸਤੇ ਤੂੰ ਦੁਨੀਆ ਦੇ ਉੱਤੇ ਆਇਆ ਹੈ। ਤੂੰ ਕਰ ਕੀ ਰਿਹਾ? ਤੈਨੂੰ ਕਰਨਾ ਕੀ ਚਾਹੀਦਾ ਹੈ? ਕਿਹੜਾ ਕਾਜ ਕਰਕੇ ਤੂੰ ਮਨੁੱਖਾ ਜਨਮ ਨੂੰ ਸਫਲਾ ਕਰ ਲਏਗਾ? ਇਹ ਰੱਬ ਦੇ ਪਿਆਰੇ ਰਸਤਾ ਦੱਸਦੇ ਹੈ। ਇਹ ਵੱਖਰੀ ਗੱਲ ਹੈ ਕਿ ਜਿਉਂਦੇ ਜੀ ਅਸੀਂ ਉਹਨਾਂ ਨੂੰ ਕੁਝ ਸਮਝੀਏ ਜਾਂ ਨਾ, ਬਾਅਦ ਵਿੱਚ ਬਰਸੀਆਂ ਮਨਾਉਣ ਦੇ ਉੱਤੇ ਅਸੀਂ ਬਹੁਤ ਜ਼ੋਰ ਦਿੰਦੇ ਹਾਂ। ਇਹ ਸਾਧ ਸੰਗਤ ਮਨੁੱਖਾ ਸੁਭਾਅ, ਮਨੁੱਖੀ ਫਿਤਰਤ ਹੈ। ਜਿਉਂਦੇ ਜੀ ਅਸੀਂ ਕਦਰ ਬਹੁਤ ਘੱਟ ਪਾਉਂਦੇ ਹਾਂ। ਦੁਨੀਆ ਤੋਂ ਗਿਆਨ ਦੀਆਂ ਬਰਸੀਆਂ, ਉਹਨਾਂ ਦੀਆਂ ਯਾਦਾਂ, ਲੋਕ ਦਿਖਾਵੇ ਵਾਸਤੇ ਬਹੁਤ ਕੁਝ ਹੁੰਦਾ। ਪਰ ਜਿਉਂਦਿਆਂ ਦਾ ਸਤਿਕਾਰ ਕਰੀਏ, ਮਾਣ ਕਰੀਏ,
ਉਹਨਾਂ ਦੇ ਬਚਨਾਂ ਦੇ ਉੱਤੇ ਫੁੱਲ ਚੜਾਈਏ, ਪਹਿਰਾ ਦਈਏ। ਫਿਰ ਸਾਧ ਸੰਗਤ ਜੀ ਉਹ ਸ਼ਹੀਦ, ਉਹ ਸੰਤ, ਉਹ ਮਹਾਂਪੁਰਖ, ਉਹ ਰੱਬ ਦੇ ਪਿਆਰੇ ਗੁਰਸਿੱਖ ਬ੍ਰਹਮ ਗਿਆਨੀ ਸਾਧ ਸੰਗਤ ਜੀ, ਉਹਨਾਂ ਦੀ ਪੂਰਨ ਪ੍ਰਸੰਨਤਾ ਪ੍ਰਾਪਤ ਹੋ ਕੇ ਸਾਡਾ ਪ੍ਰਮਾਤਮਾ ਦੇ ਨਾਲ ਮਿਲਾਪ ਹੋਵੇਗਾ। ਲੋਕ ਸੁਖੀਏ ਅਤੇ ਪਰਲੋਕ ਸੁਹੇਲੇ ਹੋਣਗੇ। ਦੁਨਿਆਵੀ ਸੁਖ ਸ਼ਾਂਤੀ ਵੀ ਸਾਨੂੰ ਮਿਲੇਗੀ। ਤੇ ਸਾਧ ਸੰਗਤ ਜੀ, ਅੰਤਲੇ ਵੇਲੇ ਜਨ ਨਾਨਕ ਅੰਤ ਵਾਰ ਨਾਮ ਗਹਿਣਾ, ਇਹ ਨਾਮ ਦਾ ਗਹਿਣਾ ਪਾ ਕੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸੁਰਖਰੂ ਹੋ ਕੇ ਜਾਵਾਂਗੇ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹ ਮਹਾਂਪੁਰਖ ਜਿਹੜੇ ਸੰਸਾਰ ਵਿੱਚ ਆਉਂਦੇ ਆ, ਜਿਨ੍ਹਾਂ ਨੇ ਨਾਮ ਨੂੰ ਧਿਆਇਆ, ਉਹ ਆਪਣੀ ਮਿਹਨਤ ਮਸ਼ੱਕਤ ਘਾਲਣਾ ਕਰਕੇ ਸਫਲਾ ਕਰਕੇ ਜਾਂਦੇ ਆ। ਉਜਲੇ ਮੁਖ ਹੋ ਕੇ ਵਾਹਿਗੁਰੂ ਪਰਮੇਸ਼ਰ ਦੇ ਦਰ ਸੁਰਖਰੂ ਹੁੰਦੇ ਆ। ਤੇ ਕੀਤੀ ਛੁੱਟੀ ਨਾਲ ਕਿੰਨੇ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਉਹਨਾਂ ਦੇ ਨਾਲ ਤਰ ਜਾਂਦੇ ਆ। ਤੇ ਜੇ ਜਿਉਂਦੇ ਜੀ ਸਾਧ ਸੰਗਤ ਜੀ ਅਸੀਂ ਕੁਝ ਖੱਟਿਆ ਕਮਾਇਆ ਨਾ, ਸੇਵਾ ਨਾ ਕੀਤੀ, ਸਿਮਰਨ ਨਾ ਕੀਤਾ, ਦਸਵੰਧ ਨਾ ਕੱਢਿਆ, ਤੇ ਸਾਧ ਸੰਗਤ ਅੰਤਲੇ ਵੇਲੇ ਕੀ ਮਿਲੇਗਾ? ਫਿਰ ਤਾਂ ਕਬਰਾਂ ਵਿੱਚ ਪਏ ਤੜਪਾਂਗੇ ਹੀ ਨਾ। ਸ਼ਮਸ਼ਾਨ ਘਾਟਾਂ ਵਿੱਚ ਰੂਹਾਂ ਹੀ ਘੁੰਮਣਗੀਆਂ, ਭੂਤ ਪ੍ਰੇਤਾਂ ਦੀ ਜੂਨੀ ਪਵਾਂਗੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨਾਲ ਹੈ। ਭਾਈ ਮਰਦਾਨਾ ਜੀ ਨੇ ਮੰਗ ਕੀਤੀ, ਕਹਿਣ ਲੱਗਾ, ਮਹਾਰਾਜ ਬਾਬਾ ਜੀ ਭੁੱਖ ਬੜੀ ਲੱਗੀ ਹੈ, ਕੁਝ ਖਾਣ ਪੀਣ ਦਾ ਪ੍ਰਬੰਧ ਹੋ ਜਾਏ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਤ ਕਰਤਾਰ ਭਾਈ ਮਰਦਾਨੇ, ਸਤ ਕਰਤਾਰ, ਬਹੁਤੀ ਭੁੱਖ ਲੱਗੀ ਹੈ। ਇਉਂ ਕਰ, ਆ ਜਿਹੜਾ ਸਾਹਮਣੇ ਕਬਰਸਤਾਨ ਹੈ ਨਾ, ਸ਼ਮਸ਼ਾਨ ਘਾਟ ਹੈ, ਇਹਦੇ ਵਿੱਚ ਚਲਿਆ ਜਾ, ਕੁਝ ਨਾ ਕੁਝ ਤੈਨੂੰ ਖਾਣ ਨੂੰ ਮਿਲ ਜਾਏਗਾ। ਕਹਿੰਦਾ, ਮਹਾਰਾਜ ਇੱਕ ਤਾਂ ਮੈਂ ਭੁੱਖਾ, ਇੱਕ ਉੱਤੋਂ ਮਜ਼ਾਕ ਕਰਦੇ ਹੋ। ਕਬਰਾਂ ਵਿੱਚ ਵੀ ਰੋਟੀਆਂ ਮਿਲਦੀਆਂ ਹੁੰਦੀਆਂ, ਕਬਰਾਂ ਵਿੱਚ ਵੀ ਕੁਝ ਖਾਣ ਨੂੰ ਮਿਲਦਾ। ਗੁਰੂ ਮਹਾਰਾਜ ਕਹਿੰਦੇ, ਮਰਦਾਨਿਆ ਸਤ ਬਚਨ ਕਹਿ ਕੇ ਜਾ ਕੇ ਉੱਥੇ ਸਤ ਕਰਤਾਰ ਦੀ ਅਲਖ ਜਗਾ, ਤੇਰੀ ਭਾਵਨਾ ਪੂਰੀ ਹੋ ਜਾਏਗੀ। ਕਹਿੰਦਾ, ਮਹਾਰਾਜ ਸਤ ਬਚਨ। ਕਬਰਾਂ ਦੇ ਵਿੱਚ ਗਿਆ, ਜਾ ਕੇ ਸਤ ਕਰਤਾਰ ਕਹਿ ਕੇ ਅਲਖ ਜਗਾਈ। ਕਬਰ ਦੇ ਵਿੱਚੋਂ ਸਾਧ ਸੰਗਤ ਇੱਕ ਮੁਰਦਾ ਨਿਕਲਿਆ। ਉਹ ਮਨੁੱਖ ਰੂਪ ਦੇ ਵਿੱਚ ਸਾਹਮਣੇ ਆਇਆ। ਆ ਕੇ ਭਾਈ ਮਰਦਾਨੇ ਦੇ ਹੱਥ ਵਿੱਚ ਇੱਕ ਪ੍ਰਸ਼ਾਦਾ, ਇੱਕ ਰੋਟੀ ਪਕੜਾ ਦਿੱਤੀ। ਉਹ ਰੋਟੀ ਇੱਕ ਪਾਸਿਓਂ ਪੱਕੀ ਹੋਈ ਹੈ ਤੇ ਦੂਜੇ ਪਾਸਿਓਂ ਪ੍ਰਸ਼ਾਦਾ ਉਹ ਅੱਧਾ ਕੱਚਾ ਅੱਧਾ ਪੱਕਾ ਪ੍ਰਸ਼ਾਦਾ ਫੜਾ ਕੇ ਭਾਈ ਮਰਦਾਨੇ ਦੇ ਹੱਥ ਉਹ ਮਨੁੱਖ ਮੁੜ ਕੇ ਜਦੋਂ ਕਬਰ ਵਿੱਚ ਜਾਣ ਲੱਗਿਆ ਤੇ ਕਹਿੰਦਾ, ਹਾਏ ਦੁਨੀਆ। ਭਾਈ ਮਰਦਾਨੇ ਨੇ ਗੁੱਟ ਤੋਂ ਫੜ ਲਿਆ। ਕਹਿੰਦਾ, ਵੀ ਸੱਜਣਾ, ਪ੍ਰਸ਼ਾਦੇ ਪਾਣੀ ਵਾਲੀ ਗੱਲ ਤਾਂ ਰਹਿ ਗਈ ਹੁਣ ਬਾਅਦ ਵਿੱਚ, ਪਹਿਲਾਂ ਮੈਨੂੰ ਇਹ ਗੱਲ ਦਾ ਜਵਾਬ ਦੇ ਕੇ ਜਾ ਵੀ ਆ ਹਾਏ ਦੁਨੀਆ ਕਿਉਂ ਕਿਹਾ ਹੈ? ਉਹ ਕਹਿੰਦਾ, ਛੱਡ ਬਾਬਾ, ਤੈਨੂੰ ਭੋਜਨ ਪ੍ਰਸ਼ਾਦਾ ਚਾਹੀਦਾ, ਤੈਨੂੰ ਭੁੱਖ ਲੱਗੀ ਹੈ। ਆ ਰੋਟੀ ਜਿਹੜੀ ਮੇਰੇ ਕੋਲ ਇੱਕ ਹੈਗੀ ਸੀ ਮੈਂ ਤੈਨੂੰ ਦੇ ਦਿੱਤੀ, ਖਾ ਕੇ ਆਪਣੀ ਭੁੱਖ ਮਿਟਾ ਲੈ, ਤੂੰ ਇਹਨਾਂ ਗੱਲਾਂ ਤੋਂ ਕੀ ਲੈਣਾ? ਭਾਈ ਮਰਦਾਨਾ ਜੀ ਕਹਿੰਦੇ, ਨਹੀਂ, ਗੁੱਟ ਤਾਂ ਛੱਡਣਾ ਹੈ ਜੇ ਦੱਸ ਕੇ ਜਾਏਗਾ, ਨਹੀਂ ਮੈਂ ਤੈਨੂੰ ਨਹੀਂ ਛੱਡਣਾ। ਉਸ ਵੇਲੇ ਫਿਰ ਦੱਸਣ ਲੱਗਾ। ਕਹਿੰਦਾ, ਜੀ ਕੀ ਦੱਸਾਂ? ਜਿਉਂਦੇ ਜੀ ਸਾਡੇ ਘਰ ਦਾ ਮਾਹੌਲ ਐਸਾ ਸੀ ਕਿ ਕਿਸੇ ਨੂੰ ਪਾਣੀ ਦਾ ਘੁੱਟ ਤੱਕ ਨਹੀਂ ਸੀ ਅਸੀਂ ਪਿਆਉਂਦੇ। ਇਹੋ ਜਿਹਾ ਪਰਿਵਾਰ ਸੀ ਸਾਡਾ। ਮਾਤਾ ਪਿਤਾ ਨੇ ਸਖਤੀ ਦੇ ਨਾਲ ਵਰਜਿਆ ਹੋਇਆ ਸੀ। ਇਹ ਸਾਧ ਮਹਾਤਮਾ ਜਿਹੜੇ ਹੁੰਦੇ ਆ ਤਾਂ ਵਿਹਲੜ ਹੁੰਦੇ ਆ, ਐਵੇਂ ਲੋਕਾਂ ਦੀਆਂ ਰੋਟੀਆਂ ਤੇ ਟੁਕੜਾਂ ਤੇ ਪਲਦੇ ਆ। ਐਵੇਂ ਇਹਨਾਂ ਪਿੱਛੇ ਨਾ ਲੱਗੀਏ, ਆਪਣਾ ਧਨ ਨਾ ਖਰਾਬ ਕਰੀਏ, ਇਹਨਾਂ ਨੂੰ ਮਾਇਆ ਨਾ ਦਈਏ, ਇਹਨਾਂ ਨੂੰ ਕੁਝ ਖਾਣ ਪੀਣ ਨੂੰ ਨਾ ਦਈਏ। ਇਹਨਾਂ ਦੇ ਕਿਹੜਾ ਹੱਥ ਪੈਰ ਨਹੀਂ, ਇਹ ਕਿਹੜਾ ਕੰਮ ਨਹੀਂ ਕਰ ਸਕਦੇ। ਇਉਂ ਨਾਸਤਿਕਤਾ ਸੀ ਕਹਿੰਦਾ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ, ਹੱਦ ਦੀ। ਕਹਿੰਦਾ, ਇੱਕ ਦਿਨ ਮੈਂ ਛੋਟਾ ਸੀ, ਬਚਪਨ ਦੇ ਵਿੱਚ ਮਾਂ ਮੇਰੀ ਪ੍ਰਸ਼ਾਦੇ ਲਾਉਂਦੀ ਸੀ, ਰੋਟੀ ਬਣਾਉਂਦੀ ਸੀ। ਤਵੇ ਦੇ ਉੱਤੇ ਫੁਲਕਾ ਪਾ ਕੇ, ਪ੍ਰਸ਼ਾਦਾ ਪਾ ਕੇ, ਮਾਂ ਅੰਦਰੋਂ ਘਿਓ ਵਾਲਾ ਬਰਤਨ ਲੈਣ, ਘਿਓ ਵਾਲੀ ਠੂਠੀ ਲੈਣ ਚਲੇ ਗਈ। ਪ੍ਰਸ਼ਾਦਾ ਇੱਕ ਪਾਸਿਓਂ ਪੱਕ ਗਿਆ, ਦੂਜਾ ਪਾਸਾ ਹਲੇ ਥੱਲਿਆ ਨਹੀਂ ਸੀ, ਪਲਟਿਆ ਨਹੀਂ ਸੀ, ਉਧਰੋਂ ਕੱਚਾ ਸੀ। ਇੰਨੇ ਨੂੰ ਇੱਕ ਮਹਾਤਮਾ ਨੇ ਬੂਹੇ ਦੇ ਉੱਤੇ, ਦਰ ਦੇ ਉੱਤੇ ਆ ਕੇ ਅਲਖ ਜਗਾਈ। ਕਹਿੰਦਾ, ਬੱਚਾ ਕੁਝ ਖਾਣ ਨੂੰ ਹੈ ਤਾਂ ਦਿਓ। ਕਹਿੰਦਾ, ਮੇਰੇ ਮਨ ਵਿੱਚ ਭਾਵਨਾ ਜਾਗੀ। ਮੈਂ ਉੱਠ ਕੇ ਉਹ ਤਵੇ ਤੋਂ ਚੱਕ ਕੇ ਪ੍ਰਸ਼ਾਦਾ ਅੱਧਾ ਕੱਚਾ ਅੱਧਾ ਪੱਕਾ ਉਹ ਮਹਾਤਮਾ ਨੂੰ ਦੇ ਦਿੱਤਾ।
ਕਹਿੰਦਾ ਮਹਾਤਮਾ ਤਾਂ ਪ੍ਰਸ਼ਾਦਾ ਲੈ ਕੇ ਭਲਾ ਹੋਵੇ ਕਹਿ ਕੇ ਚਲੇ ਗਏ, ਪਰ ਕਹਿੰਦਾ ਜੀ ਮਹਾਤਮਾ ਜੀ ਜਿਹੜੀ ਮੇਰੇ ਨਾਲ ਬੀਤੀ, ਕਹਿੰਦਾ ਫਿਰ ਮੈਨੂੰ ਪਤਾ ਮੇਰੀ ਮਾਂ ਨੇ ਬਹੁਤ ਖੋਟੀਆਂ ਖਰੀਆਂ ਸੁਣਾਈਆਂ ਵੀ ਤੂੰ ਵੱਡਾ ਦਾਨੀ ਜੰਮ ਪਿਆ ਸਾਡੇ ਘਰ ਦੇ ਵਿੱਚ, ਬੜੀ ਕੁੱਟਮਾਰ ਮੇਰੀ ਕੀਤੀ। ਉਹ ਦਿਨ ਜਾਂਦਾ, ਉਸ ਤੋਂ ਬਾਅਦ ਕਹਿੰਦਾ ਮੈਂ ਪੂਰੀ ਉਮਰ ਇੱਕ ਘੁੱਟ ਤੱਕ ਕਿਸੇ ਨੂੰ ਪਾਣੀ ਦਾ ਨਹੀਂ ਪਿਲਾਇਆ। ਇੰਨੀ ਨਾਸਤਿਕ ਭਾਵਨਾ ਮੇਰੇ ਮਨ ਵਿੱਚ ਭਰ ਗਈ। ਕਹਿੰਦਾ ਜੀ ਹੁਣ ਦਰਗਾਹ ਦੇ ਵਿੱਚ ਪੱਲੇ ਕੁਝ ਨਹੀਂ, ਸਭ ਕੁਝ ਗਵਾ ਕੇ ਆ ਗਏ ਆ। ਜਿਹੜਾ ਮਾਇਆ ਧਨ ਪਦਾਰਥ ਜੋੜਿਆ ਸੀ, ਕੋਈ ਦਸਵੰਧ ਨਹੀਂ ਕੱਢਿਆ, ਕਿਤੇ ਸੇਵਾ ਵਿੱਚ ਨਹੀਂ ਲਾਇਆ, ਕੋਈ ਸਿਮਰਨ ਨਹੀਂ ਕੀਤਾ, ਹੋਰ ਤਾਂ ਕੁਝ ਨਹੀਂ ਮਿਲਿਆ। ਆ ਇੱਕੋ ਹੀ ਪ੍ਰਸ਼ਾਦਾ ਜਿਹੜਾ ਦਾਨ ਕੀਤਾ ਸੀ ਉਹ ਮੈਨੂੰ ਮਿਲ ਗਿਆ ਸੀ, ਜਿਹੜਾ ਮੈਂ ਤੁਹਾਨੂੰ ਦੇ ਦਿੱਤਾ। ਇਹ ਹਾਲਤ ਹੁੰਦੀ ਆ, ਕਿਉਂਕਿ ਦੁਨਿਆਵੀ ਜੀਵ ਅਸੀਂ ਸਾਧ ਸੰਗਤ ਆਪਣੇ ਵੱਲ ਨੂੰ ਖਿੱਚਦੇ ਆ, ਕੁਝ ਕੱਢਣਾ ਨਹੀਂ ਚਾਹੁੰਦੇ, ਦੇਣਾ ਨਹੀਂ ਚਾਹੁੰਦੇ, ਲੈਣਾ ਹੀ ਚਾਹੁੰਦੇ ਆ। ਲੈਪੋ ਕੇ ਬਣਦੇ ਆ, ਦੇਪੋ ਕੇ ਨਹੀਂ ਬਣਦੇ। ਅਸੀਂ ਸਾਨੂੰ ਦੇਈ ਜੋ ਮਰਜੀ ਜਾਵੇ ਕੋਈ, ਅਸੀਂ ਲੈ ਲਵਾਂਗੇ, ਪਰ ਜਿੱਥੇ ਦੇਣ ਦੀ ਗੱਲ ਆਉਂਦੀ ਹੈ, ਛੱਡਣ ਦੀ ਗੱਲ ਆਉਂਦੀ ਹੈ, ਤਜਣ ਦੀ ਗੱਲ ਆਉਂਦੀ ਹੈ, ਉਸ ਪਾਸੇ ਸਾਡਾ ਮਨ ਬਹੁਤਾ ਮੰਨਦਾ ਨਹੀਂ। ਪਰ ਰੱਬ ਦੇ ਪਿਆਰੇ ਕੈਸੇ ਹੁੰਦੇ ਆ, ਉਹ ਸਾਧ ਸੰਗਤ ਜੀ ਵੰਡਣ ਦੇ ਵਿੱਚ ਬਹੁਤਾ ਸੁੱਖ, ਵੰਡਣ ਦੇ ਵਿੱਚ ਬਹੁਤਾ ਪ੍ਰੇਮ ਕਰਦੇ ਆ, ਤੇ ਆਪਣਾ ਭਾਵੇਂ ਕੁਝ ਵਿਗੜਦਾ ਵਿਗੜ ਜਾਵੇ। ਗੁਰੂ ਕੀ ਬਾਣੀ ਦੇ ਬਚਨ ਹੈ, ਸੰਤ ਕੌਣ ਹੈ, ਸੰਤ ਦੀ ਨਿਸ਼ਾਨੀ ਕੀ ਹੈ? ਕਹਿੰਦੇ ਜਿਹਦੇ ਮਨ ਦੇ ਵਿੱਚ ਸਤ ਅਤੇ ਸੰਤੋਖ ਦੋ ਗੁਣ ਆ ਗਏ, ਉਹ ਚਾਹੇ ਬੱਚਾ ਹੈ, ਚਾਹੇ ਨੌਜਵਾਨ ਹੈ, ਚਾਹੇ ਬਜ਼ੁਰਗ ਹੈ, ਚਾਹੇ ਬੀਬੀ ਹੈ, ਚਾਹੇ ਮਰਦ ਹੈ, ਉਹ ਸੰਤ ਹੈ। ਸਤ ਅਤੇ ਸੰਤੋਖ ਦੋ ਚੀਜ਼ਾਂ ਆ ਗਈਆਂ, ਸਤ ਪ੍ਰਤੱਗੀ ਹੋ ਗਿਆ ਤੇ ਸੰਤੋਖ ਆ ਗਿਆ ਵੀ ਇੰਨੇ ਵਿੱਚ ਹੀ ਸੰਤੁਸ਼ਟੀ ਹੈ, ਮੇਰਾ ਇੰਨੇ ਨਾਲ ਗੁਜ਼ਾਰਾ ਚੱਲ ਜਾਏਗਾ, ਬਹੁਤਾ ਭੱਜਣ ਦੌੜਨ ਦੀ ਲੋੜ ਨਹੀਂ। ਉਹ ਚਾਹੇ ਕੁੜਤੇ ਪਜਾਮੇ ਵਾਲਾ ਹੋਵੇ, ਪੈਂਟ ਕੋਟ ਵਾਲਾ ਹੋਵੇ, ਕੁੜਤੇ ਚਾਦਰੇ ਵਾਲਾ ਹੋਵੇ, ਤੇ ਚਾਹੇ ਸਾਧ ਸੰਗਤ ਜੀ ਤਨ ਦੇ ਉੱਤੇ ਵਸਤਰ ਵੀ ਕੋਈ ਧਾਰਨ ਨਾ ਕੀਤੇ ਹੁਣ, ਦਿਗੰਬਰੀ ਹੋਵੇ, ਨਗਨ ਅਵਸਥਾ ਵਿੱਚ ਹੀ ਰਹਿੰਦਾ ਹੋਵੇ। ਨਗਨ ਫਿਰਤ ਰੰਗ ਏਕ ਕਹਿ ਹੋ ਸੋਭਾ ਪਾਵੇ। ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਉਹ ਸੰਤ ਹੈ, ਉਹ ਸ਼ੋਭਾਵਾਨ ਹੈ। ਤੇ ਨਹੀਂ ਤਾਂ ਬਹੁਤ ਰੇਸ਼ਮੀ ਪਾਟ ਪਟੰਬਰ ਪਹਿਨਣ ਵਾਲੇ ਸਾਧ ਸੰਗਤ ਜੀ, ਉਹਨਾਂ ਦੇ ਪੱਲੇ ਕੱਖ ਨਹੀਂ ਹੈ। ਦੁਨਿਆਵੀ ਤੌਰ ਤੇ ਭਾਵੇਂ ਸਾਨੂੰ ਲੱਗੇ ਕਿ ਬਹੁਤ ਮਾਇਕ ਪਦਾਰਥ ਸੁੱਖਾਂ ਦੇ ਸਹੂਲਤਾਂ ਇਹਨਾਂ ਕੋਲ ਹੈ, ਪਰ ਸਾਧ ਸੰਗਤ ਜੀ ਸਤ ਅਤੇ ਸੰਤੋਖ ਤੋਂ ਬਿਨਾਂ ਸੰਤ ਨਹੀਂ ਜੇ ਬਣਦਾ। ਸਤ ਅਤੇ ਸੰਤੋਖ ਜਿੱਥੇ ਆ ਗਿਆ ਉਹ ਸੰਤ ਹੈ। ਸਤਿਗੁਰੂ ਦੀ ਬਾਣੀ ਕਹਿੰਦੀ ਸੰਤ ਕਰਦਾ ਕੀ ਹੈ? ਆਪਣਾ ਵਿਗਾੜ ਬਿਰਾਨਾ ਸੰਢ ਹੈ, ਆਪਣਾ ਵਿਗਾੜ ਕੇ ਵੀ ਸਾਧ ਸੰਗਤ ਜੀ ਪਰਾਇਆ ਸਵਾਰ ਦਿੰਦਾ, ਉਹ ਸੰਤ ਹੈ। ਆਪਣਾ ਵਿਗਾੜਿਆ ਨਾ। ਦਸ਼ਮੇਸ਼ ਪਿਤਾ ਜੀ ਨੂੰ ਜਦੋਂ ਪਤਾ ਲੱਗਿਆ 9 ਸਾਲ ਦੀ ਅਵਸਥਾ ਹੈ, ਆ ਕਸ਼ਮੀਰੀ ਪੰਡਤ ਸਿਰ ਝੁਕਾ ਕੇ, ਗਰਦਨਾਂ ਝੁਕਾ ਕੇ, ਔਰੰਗਜ਼ੇਬ ਦੇ ਜ਼ੁਲਮਾਂ ਤੋਂ ਤੰਗ ਆ ਕੇ ਆ ਮੇਰੇ ਗੁਰੂ ਪਿਤਾ ਦੇ ਦਰਬਾਰ ਵਿੱਚ ਖੜੇ ਆ, ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ। ਮਹਾਰਾਜ ਸਾਡਾ ਟਿੱਕਾ, ਸਾਡਾ ਜੰਝੂ, ਸਾਡਾ ਤਿਲਕ, ਸਾਡੀ ਟੋਪੀ, ਸਾਡੀ ਧੋਤੀ, ਸਾਡੀ ਬੋਦੀ ਅੱਜ ਖਤਰੇ ਵਿੱਚ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੈਰ ਗੰਭੀਰ ਅਵਸਥਾ ਵਿੱਚ ਕੁਝ ਸੋਚ ਰਹੇ ਹੈ। ਬਾਲਕ ਅਵਸਥਾ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆ ਕੇ ਪੁੱਛਦੇ ਆ, ਮਹਾਰਾਜ ਕੌਣ ਲੋਕ ਹੈ? ਸਤਿਗੁਰੂ ਨੇ ਦੱਸਿਆ ਕਸ਼ਮੀਰੀ ਪੰਡਤ ਔਰੰਗਜ਼ੇਬ ਦੇ ਜ਼ੁਲਮਾਂ ਦੇ ਸਤਾਏ ਹੋਏ ਹੈ, ਇਹਨਾਂ ਦਾ ਜ਼ੋਰ ਜ਼ਬਰਦਸਤੀ ਧਰਮ ਤਬਦੀਲ ਕੀਤਾ ਜਾ ਰਿਹਾ ਹੈ। ਮਹਾਰਾਜ ਧਰਮ ਬਚ ਕਿਵੇਂ ਸਕਦਾ ਹੈ? ਕੋਈ ਮਹਾਨ ਮਹਾਂਪੁਰਖ ਆਪਣੇ ਤਨ ਦੀ ਸ਼ਹਾਦਤ ਦੇਵੇ, ਬਲੀਦਾਨ ਦੇਵੇ, ਇਹਨਾਂ ਦਾ ਧਰਮ ਬਚ ਸਕਦਾ। ਤੇ ਖਿਆਲ ਕਰਿਓ ਖਾਲਸਾ ਜੀ, ਕਲਗੀਆਂ ਵਾਲੇ ਬਾਪੂ ਦੇ ਉਸ ਵੇਲੇ ਦੇ ਕਹੇ ਹੋਏ ਬਚਨ, ਆਖਿਆ ਗੁਰੂ ਪਿਤਾ ਜੀ ਜੇ ਕਿਸੇ ਮਹਾਂਪੁਰਖ ਦੀ ਕੁਰਬਾਨੀ ਨਾਲ ਇਹਨਾਂ ਦਾ ਧਰਮ ਬਚ ਸਕਦਾ ਹੈ, ਤੇ ਤੁਹਾਡੇ ਤੋਂ ਵੱਡਾ ਮਹਾਂਪੁਰਖ ਇਸ ਵੇਲੇ ਦੁਨੀਆ ਵਿੱਚ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਉਂਦਾ। ਜਾਓ ਸ਼ਹਾਦਤ ਦੇ ਕੇ ਇਹਨਾਂ ਦੇ ਧਰਮ ਦੀ ਰੱਖਿਆ ਕਰੋ। ਇਹ ਹੈ ਸੰਤ। ਆਪਣਾ ਵਿਗਾੜ ਬਿਰਾਨਾ ਸੰਢ ਹੈ। ਆਪਣਾ ਵਿਗਾੜ ਕੇ ਕੌਣ ਹੈ ਦੁਨੀਆ ਦਾ? 9 ਸਾਲ ਦਾ ਬੱਚਾ ਪ੍ਰੇਮਿਓ, ਜਿਹੜਾ ਦੁਨੀਆ ਦੇ ਲੋਕਾਂ ਦੇ ਪਿਓਾਂ ਨੂੰ ਬਚਾਉਣ ਵਾਸਤੇ, ਦੁਨੀਆ ਦੇ ਬੱਚਿਆਂ ਦੀ ਪਰਵਰਿਸ਼ ਪਾਲਣਾ ਪੋਸ਼ਣਾ ਚੰਗੀ ਤਰ੍ਹਾਂ ਹੋਵੇ,
ਇਹਨਾਂ ਨੂੰ ਆਂਚ ਨਾ ਹੋਵੇ, ਆਪਣੇ ਆਪ ਨੂੰ ਅਨਾਥ ਹੋਣਾ, ਯਤੀਮ ਹੋਣਾ ਪ੍ਰਵਾਨ ਕਰ ਲਏ। ਇਹ ਸੰਤ ਅਵਸਥਾ ਵਾਲਾ ਹੀ ਕਰ ਸਕਦਾ ਨਾ ਕੋਈ। ਆਪਣਾ ਵਿਗਾੜ ਬਿਰਾਨਾ ਸੰਢ ਹੈ, ਆਪਣਾ ਵਿਗਾੜ ਕੇ ਪਰਾਇਆ ਸਵਾਰਨਾ, ਇਹ ਸੰਤ ਨੂੰ ਬਣੇ ਆਉਂਦਾ। ਹੋਰ ਕਿਸੇ ਵਿੱਚ ਸਮਰੱਥਾ, ਸ਼ਕਤੀ, ਬਲ ਨਹੀਂ ਹੈ। ਐਡਾ ਜ਼ੇਰਾ ਨਹੀਂ ਕੱਢ ਸਕਦਾ ਕੋਈ ਆਪਣਾ ਵਿਗਾੜ ਕੇ ਦੂਜਿਆਂ ਦਾ ਸਵਾਰੇ। ਅਸੀਂ ਤਾਂ ਜੇ ਸਰਬੱਤ ਦਾ ਭਲਾ ਵੀ ਕਹਿੰਦੇ ਆ ਨਾ, ਮਹਾਰਾਜ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਅਸੀਂ ਕਹਿੰਦੇ ਆ ਮਹਾਰਾਜ ਸਰਬੱਤ ਦਾ ਭਲਾ ਕਰਿਓ, ਪਰ ਸ਼ੁਰੂ ਸਾਡੇ ਤੋਂ ਕਰਿਓ। ਸ਼ੁਰੂਆਤ ਸਾਡੇ ਤੋਂ ਕਰਿਓ, ਪਹਿਲਾਂ ਭਲਾ ਸਾਡਾ ਹੋਵੇ, ਗੁਆਂਢੀਆਂ ਦੀ ਬਾਤ ਵਿੱਚ ਦੇਖੀ ਜਾਊ। ਪਰ ਸਰਬੱਤ ਦਾ ਭਲਾ ਮੰਗਣਾ, ਆਪਣਾ ਵਿਗਾੜ ਬਿਰਾਨਾ ਸਾਂਢੇ ਦੇ ਹੁਕਮ ਤੇ ਚੱਲਣਾ, ਇਹ ਮਹਾਂਪੁਰਖਾਂ ਨੂੰ ਬਣ ਆਉਂਦਾ ਹੈ। ਇਤਿਹਾਸ ਵਿੱਚੋਂ ਇੱਕ ਹੋਰ ਸਾਖੀ ਪ੍ਰਮਾਣ ਲਈਏ। ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ 7ਵੇਂ ਪਾਤਸ਼ਾਹ, ਸਿਮਰਾਓ ਸ੍ਰੀ ਹਰਿ ਰਾਏ, ਜਿਨ੍ਹਾਂ ਨੂੰ ਆਪਾਂ ਅਰਦਾਸ ਵਿੱਚ ਸਿਮਰਦੇ ਹਾਂ, ਯਾਦ ਕਰਦੇ ਹਾਂ, ਚੇਤੇ ਕਰਦੇ ਹਾਂ। ਚੰਡੀ ਦੀ ਵਾਰ ਦੀ ਪਹਿਲੀ ਪੌੜੀ, ਸਿਮਰਾਓ ਸ੍ਰੀ ਹਰਿ ਰਾਏ। ਗੁਰੂ ਹਰਿ ਰਾਏ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਿਰਾਜਦੇ ਹੈ। ਸਾਧ ਸੰਗਤ ਜੀ, ਇੱਕ ਬੀਬੀ ਜਿਸ ਦਾ ਬੱਚਾ, ਜਿਸ ਦਾ ਇਕਲੌਤਾ ਪੁੱਤਰ ਚੜ੍ਹਾਈ ਕਰ ਚੁੱਕਿਆ, ਬੜੀ ਰੋਂਦੀ ਕਰਲਾਉਂਦੀ ਕੰਨੀ ਆਵਾਜ਼ ਪਈ। ਸਤਿਗੁਰੂ ਪੁੱਛਦੇ ਆ, ਕੌਣ ਵਿਰਲਾਪ ਕਰ ਰਿਹਾ ਹੈ? ਮਹਾਰਾਜ, ਆ ਇੱਕ ਬੀਬੀ ਹੈ, ਇਹਦਾ ਇੱਕੋ ਇੱਕ ਇਕਲੌਤਾ ਪੁੱਤਰ ਚੜ੍ਹਾਈ ਕਰ ਗਿਆ, ਬੜੀ ਵਿਆਕੁਲ ਹੈ, ਬੜੀ ਦੁਖੀ ਹੈ, ਬਿਰਹਾ ਦੇ ਵਿੱਚ, ਵਿਛੋੜੇ ਦੇ ਵਿੱਚ ਬਹੁਤ ਬੁਰਾ ਹਾਲ ਹੈ ਮਹਾਰਾਜ ਇਹਦਾ। ਬੀਬੀ ਨੂੰ ਸਤਿਗੁਰ ਦੇ ਦਰਬਾਰ ਵਿੱਚ ਲਿਆਂਦਾ, ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਜ਼ਾਰੋ ਜ਼ਾਰ ਰੋਣ ਲੱਗ ਪਈ। ਮਹਾਰਾਜ ਕਿਰਪਾ ਕਰ ਦਿਓ, ਇੱਕੋ ਇੱਕ ਪੁੱਤਰ ਬਖਸ਼ਿਆ ਸੀ, ਉਹ ਵੀ ਚਲਿਆ ਗਿਆ, ਕਿਵੇਂ ਜ਼ਿੰਦਗੀ ਲੰਘੇਗੀ, ਕਿਹਦੇ ਆਸਰੇ ਦਿਨ ਕੱਟੀ ਕਰਾਂਗੀ। ਸੰਗਤ ਨੂੰ ਵੀ ਸੁਣ ਕੇ ਤਰਸ ਆ ਗਿਆ। ਬੀਬੀ ਦੀਆਂ ਲੇਲੜੀਆਂ, ਬੀਬੀ ਦੀਆਂ ਅਰਦਾਸਾਂ, ਬੇਨਤੀਆਂ, ਜੋਦੜੀਆਂ, ਇਹ ਭਾਵਨਾ ਵਿੱਚ ਭਿੱਜੇ ਹੋਏ ਸ਼ਬਦ, ਵਿਰਾਗ ਦੇ ਨਾਲ ਭਿੱਜੇ ਹੋਏ ਸ਼ਬਦ ਸੁਣ ਕੇ ਇਹਨਾਂ ਸਭ ਦਾ ਹਿਰਦਾ ਪਤੀਜ ਗਿਆ। ਸੰਗਤ ਨੇ ਰਲ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਇੰਨੀ ਦੁਖਿਆਰੀ ਹੈ ਬੀਬੀ, ਕਿਰਪਾ ਕਰਕੇ ਇਹਦਾ ਪੁੱਤਰ ਵਾਪਸ ਕਰ ਦਿਓ। ਆਪ ਜੀ ਵਿੱਚ ਤਾਂ ਸਮਰੱਥਾ ਹੈ। ਮਿਰਤਕ ਕਉ ਜੀਵਾਲਣ ਹਾਰ, ਮਿਰਤਕ ਕਉ ਪਾਇਓ ਤਨ ਸਾਸਾ, ਵਿਛਰਤ ਆਣ ਮਿਲਾਇਆ। ਇਹ ਗੁਰੂ ਵਿੱਚ ਸਮਰੱਥਾ ਹੈ। ਮੁਰਦਿਆਂ ਵਿੱਚ ਜਾਨ ਪਾ ਸਕਦਾ ਹੈ, ਸਵਾਸ ਬਖਸ਼ ਸਕਦਾ ਹੈ, ਬਿਨਾਂ ਸਾਹਾਂ ਤੋਂ ਸਾਧ ਸੰਗਤ ਜੀ ਰੱਖ ਸਕਦਾ ਕਿਸੇ ਨੂੰ। ਸਤਿਗੁਰੂ ਵਿੱਚ ਇਹ ਸਮਰੱਥਾ ਹੈ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਵਿਛੜਿਆਂ ਨੂੰ ਮਿਲਾ ਸਕਦਾ ਹੈ। ਮਿਰਤਕ ਕੋ ਜੀਵਾਲਣ ਹਾਰ ਹੋ। ਮਹਾਰਾਜ ਆਪ ਜੀ ਕਿਰਪਾ ਕਰੋ, ਇਹ ਬੀਬੀ ਦਾ ਪੁੱਤਰ ਜਿਉਂਦਾ ਕਰ ਦਿਓ। ਤੋ ਸਤਿਗੁਰੂ ਜੀ ਨੇ ਉਹ ਬੀਬੀ ਦੇ ਉੱਤੇ ਪਰਉਪਕਾਰ ਕਰਨ ਹਿੱਤ ਤੇ ਸੰਗਤ ਦੇ ਵਿੱਚੋਂ ਸੰਤ ਪ੍ਰਗਟ ਕਰਨ ਵਾਸਤੇ ਸਾਧ ਸੰਗਤ ਜੀ ਕੌਤਕ ਵਰਤਾਇਆ। ਕਹਿੰਦੇ ਭਾਈ, ਬੀਬੀ ਦਾ ਪੁੱਤਰ ਜਿਉਂਦਾ ਹੋ ਸਕਦਾ ਹੈ, ਬਿਲਕੁਲ ਜਿਉਂਦਾ ਹੋ ਸਕਦਾ ਹੈ, ਪਰ ਸ਼ਰਤ ਇਹ ਹੈ ਕਿ ਕਿਸੇ ਨਾ ਕਿਸੇ ਨੂੰ ਤੁਹਾਡੇ ਵਿੱਚੋਂ, ਸੰਗਤ ਵਿੱਚੋਂ ਆਪਣੇ ਪ੍ਰਾਣ ਤਿਆਗਣੇ ਪੈਣਗੇ। ਜੇ ਕੋਈ ਹੈ ਐਸਾ ਪਰਉਪਕਾਰੀ ਆਪਣੇ ਪ੍ਰਾਣ ਤਿਆਗ ਦੇਵੇ ਤਾਂ ਬੀਬੀ ਦਾ ਪੁੱਤਰ ਜਿਉਂਦਾ ਹੋ ਜਾਏਗਾ। ਉਸ ਵੇਲੇ ਸਾਧ ਸੰਗਤ ਸਨਾਟਾ ਛਾ ਗਿਆ, ਕੋਈ ਵੀ ਅੱਗੇ ਨਾ ਆਵੇ। ਮਰਨਾ ਕੌਣ ਚਾਹੁੰਦਾ? ਜੀਵਿਆ ਲੋੜਾ ਸਭ ਕੋਏ, ਗੁਰੂ ਕੀ ਬਾਣੀ ਕਹਿੰਦੀ। ਮਰਨਾ ਕੋਈ ਨਹੀਂ ਚਾਹੁੰਦਾ, ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਸਾਧ ਸੰਗਤ ਜੀ 100 ਸਾਲ ਦੀ ਵੀ ਉਮਰ ਹੋ ਜਾਏ ਫਿਰ ਵੀ ਕੋਈ ਮਰਨਾ ਨਹੀਂ ਚਾਹੁੰਦਾ। ਕਹਿੰਦਾ ਹੋਰ ਦੁਨੀਆ ਦੇ ਉੱਤੇ ਰੰਗ ਤਮਾਸ਼ੇ ਦੇਖ ਲਈਏ, ਅੱਖੀ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ। ਸਾਧ ਸੰਗਤ ਜੀ ਅੱਖਾਂ ਰੂਪ ਦੇਖ ਦੇਖ ਰੱਜਦੀਆਂ, ਸੰਸਾਰ ਨੂੰ ਦੇਖ ਦੇਖ ਰੱਜਦੀਆਂ ਕਿਤੇ। ਕੰਨ ਦੁਨਿਆਵੀ ਬੋਲ ਸੁਣ ਸੁਣ ਕੇ ਰੱਜਦੇ ਆ ਕਿਤੇ। ਇਹ ਤਾਂ ਗੁਰਬਾਣੀ ਸੁਣਦੇ ਤੇ ਜਾਂ ਪਾਠ ਚੱਲਦਾ ਹੋਵੇ ਉਹ ਸੁਣਦੇ ਥੱਕ ਜਾਂਦੇ ਆ, ਅੱਕ ਜਾਂਦੇ ਆ, ਵਿੱਚੋਂ ਗੇੜਾ ਕੱਢਣ ਚਲੇ ਜਾਂਦੇ ਆ ਵੀ ਚਲੋ ਗ੍ਰੰਥੀ ਸਿੰਘਾਂ ਦਾ ਕੰਮ ਹੈ, ਇਹਨਾਂ ਦੀ ਡਿਊਟੀ, ਇਹਨਾਂ ਨੇ ਪੜ੍ਹੀ ਜਾਣਾ। ਕਥਾਕਾਰ ਦਾ, ਸੰਤ ਮਹਾਂਪੁਰਖਾਂ ਦਾ ਕੰਮ ਹੈ, ਇਹਨਾਂ ਨੇ ਬਚਨ ਬੋਲੀ ਜਾਣੇ ਆ। ਚਲੋ ਆਪਾਂ ਉਨੀ ਦੇਰ ਤੱਕ ਥੋੜ੍ਹੀਆਂ ਜਿਹੀਆਂ ਲੱਤਾਂ ਸਿੱਧੀਆਂ ਕਰ ਆਈਏ, ਚਾਹ ਪਾਣੀ ਛਕ ਆਈਏ।
ਸਾਡੇ ਕੰਨ ਇਧਰੋਂ ਰੱਜ ਜਾਂਦੇ ਆ। ਇਧਰੋਂ ਸਾਧ ਸੰਗਤ ਜੀ ਸਾਡਾ ਮਨ ਉਕਤਾ ਜਾਂਦਾ ਜਲਦੀ, ਪਰ ਦੁਨਿਆਵੀ ਰੰਗ ਤਮਾਸ਼ਿਆਂ ਤੋਂ ਸਾਧ ਸੰਗਤ ਜੀ ਸਾਡਾ ਮਨ ਕਦੇ ਉਕਤਾਉਂਦਾ ਨਹੀਂ, ਕਦੇ ਅੱਕਦਾ ਨਹੀਂ, ਕਦੇ ਥੱਕਦਾ ਨਹੀਂ, ਕੋਈ ਮਰਨਾ ਨਹੀਂ ਚਾਹੁੰਦਾ। ਜਿਸ ਵੇਲੇ ਸਾਧ ਸੰਗਤ ਜੀ ਸਤਿਗੁਰੂ ਨੇ ਇਹ ਵਚਨ ਕੀਤੇ ਕਿ ਪ੍ਰੇਮੀਓ, ਤੁਹਾਡੇ ਵਿੱਚੋਂ ਕੋਈ ਐਸਾ ਗੁਰੂ ਕਾ ਸਿੱਖ ਸਿੱਖਣੀ ਜਿਹੜਾ ਆਪਣੇ ਪ੍ਰਾਣ ਤਿਆਗ ਦੇਵੇ ਇਹ ਬੀਬੀ ਦਾ ਦੁੱਖ ਦੂਰ ਕਰਨ ਵਾਸਤੇ, ਤਾਂ ਇਹਦਾ ਬੱਚਾ ਜਿਉਂਦਾ ਹੋ ਸਕਦਾ ਹੈ। ਸਾਰੇ ਚੁੱਪ ਕਰਕੇ ਨੀਵੀਆਂ ਪਾ ਕੇ ਬਹਿ ਗਏ। ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਚੜ੍ਹਦੀ ਕਲਾ ਵਾਲੇ ਸੰਤਾਂ ਮਹਾਂਪੁਰਖਾਂ ਦਾ ਵੀ ਕੋਈ ਘਾਟਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਸਣ ਤਖਤ ਦੇ ਪਿਛਲੇ ਪਾਸੇ ਭਾਈ ਭਗਤੂ ਦੀ ਕੁਲ ਦੇ ਵਿੱਚੋਂ ਭਾਈ ਜੀਵਨ ਜੀ ਬੈਠੇ ਆ। ਦੋ ਪੁੱਤਰ ਸਨ ਭਾਈ ਭਗਤੂ ਜੀ ਦੇ, ਭਾਈ ਗੌਰਾ ਜੀ, ਭਾਈ ਜੀਵਨ ਜੀ ਛੋਟੇ। ਭਾਈ ਜੀਵਨ ਜੀ ਬੈਠੇ ਆ, ਚੁੱਪਚਾਪ ਉੱਠੇ, ਜਾ ਕੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ। ਆਨੰਦ ਸਾਹਿਬ ਦਾ ਸੰਪੂਰਨ ਪਾਠ ਕੀਤਾ। ਸਤਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ, ਮਹਾਰਾਜ ਆਪ ਜੀ ਦੇ ਬਚਨ ਮੰਨਣ ਦੀ ਮੇਰੇ ਵਿੱਚ ਤਾਂ ਕੋਈ ਸਮਰੱਥਾ ਨਹੀਂ, ਪਰ ਆਪ ਜੀ ਜੇ ਕਿਰਪਾ ਕਰੋ, ਆ ਮੇਰਾ ਤਨ ਮੇਰੇ ਸਵਾਸ ਲੈ ਲਓ, ਇਹ ਬੱਚੀ ਦਾ, ਇਹ ਬੀਬੀ ਦਾ ਜਿਹੜਾ ਪੁੱਤਰ ਹੈ ਉਹਨੂੰ ਜੀਵਿਤ ਕਰ ਦਿਓ। ਇਉਂ ਕਹਿੰਦਾ ਹੋਇਆ ਗੁਰੂ ਕਾ ਸਿੱਖ ਸਮਾਧੀ ਸਥਿਤ ਹੋਇਆ, ਆਪਣੇ ਪ੍ਰਾਣ ਤਿਆਗ ਗਿਆ। ਉਧਰ ਸਾਧ ਸੰਗਤ ਜਦੋਂ ਗੁਰੂ ਕੇ ਸਿੱਖ ਨੇ ਪ੍ਰਾਣ ਤਿਆਗੇ, ਉਹ ਦੁਖਿਆਰੀ ਬੀਬੀ ਜੀ ਦਾ ਬੱਚਾ ਚੜ੍ਹਾਈ ਕੀਤਾ ਸੀ, ਉਹ ਸਾਧ ਸੰਗਤ ਜੀ ਉੱਠ ਖੜਾ ਹੋਇਆ। ਸੰਗਤ ਸਾਰੀ ਬੜੀ ਖੁਸ਼ ਹੈ। ਬੀਬੀ ਬੜੀ ਖੁਸ਼ ਹੋ ਕੇ ਬੋਲੀ, ਮਹਾਰਾਜ ਤੁਸੀਂ ਕਿਰਪਾ ਕਰ ਦਿੱਤੀ, ਆ ਮੇਰਾ ਪੁੱਤਰ ਜਿਉਂਦਾ ਹੋ ਗਿਆ। ਇਹ ਉੱਠ ਖਲੋਤਾ, ਇਹ ਬੋਲਣ ਲੱਗ ਪਿਆ। ਸਤਵੇਂ ਪਾਤਸ਼ਾਹ ਕਹਿੰਦੇ, ਪੁੱਤਰੀ ਤੇਰਾ ਪੁੱਤਰ ਤਾਂ ਜਿਉਂਦਾ ਹੋ ਗਿਆ, ਪਰ ਮੇਰਾ ਚਲਿਆ ਗਿਆ। ਤੇਰਾ ਜਿਉਂਦਾ ਹੋ ਗਿਆ, ਮੇਰਾ ਚਲਿਆ ਗਿਆ। ਇਹਨੂੰ ਕਹਿੰਦੇ ਆ ਸੰਤ। ਆਪਣਾ ਵਿਗਾੜ ਬਿਰਾਨਾ ਸੰਡ ਹੈ। ਆਪਣਾ ਵਿਗਾੜ ਕੇ ਤੇ ਸਾਧ ਸੰਗਤ ਜੀ ਪਰਾਇਆਂ ਦਾ ਸਵਾਰਨਾ, ਦੂਜਿਆਂ ਦਾ ਸਵਾਰਨਾ, ਇਹ ਸੰਤ ਦੀ ਅਵਸਥਾ ਹੈ। ਔਰ ਸਾਧੂ ਮਹਾਤਮਾ ਕੋਲੇ ਇਹੋ ਜਿਹੀਆਂ ਜੁਗਤੀਆਂ ਹੁੰਦੀਆਂ। ਸਾਧ ਸੰਗਤ ਜੀ ਕੋਈ ਪੁੰਨ ਕਰਮ ਕਰਨਾ ਨਾ ਵੀ ਚਾਹੇ ਨਾ, ਜਾਂ ਸਮਰੱਥ ਨਾ ਵੀ ਹੋਵੇ, ਉਹਦੇ ਕੋਲੋਂ ਵੀ ਪੁੰਨ ਦਾਨ ਕਰਵਾ ਲੈਂਦੇ ਆ, ਉਹਦਾ ਵੀ ਭਲਾ ਕਰ ਦਿੰਦੇ ਆ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਦਰ ਘਰ ਦਾ ਇੱਕ ਬੜਾ ਪ੍ਰੇਮੀ ਸਿੱਖ ਹੋਇਆ। ਜਦੋਂ ਆਪਾਂ ਪਟਨਾ ਸਾਹਿਬ ਵੱਲ ਜਾਂਦੇ ਆ, ਸਸਰਾਮਪੁਰ ਆਉਂਦਾ, ਸਸਰਾਮ ਨਗਰ, ਇੱਥੋਂ ਦਾ ਰਹਿਣ ਵਾਲਾ ਭਾਵਨਾ ਵਾਲਾ ਗੁਰੂ ਕਾ ਸੰਤ ਸਿੱਖ ਪ੍ਰਚਾਰਕ ਕਾਰ ਸੇਵਾ ਵਾਲਾ ਮਹਾਂਪੁਰਖ ਹੋਇਆ ਭਾਈ ਫੱਗੋ ਜੀ, ਜਿਨ੍ਹਾਂ ਦਾ ਨਾਮ ਚਾਚਾ ਫੱਗੂ ਕਰਕੇ ਬਹੁਤ ਮਸ਼ਹੂਰ ਸੀ। ਜਿਵੇਂ ਪਿੰਡਾਂ ਦੇ ਵਿੱਚ ਆਮ ਹੀ ਸਾਧ ਸੰਗਤ ਆਪਾਂ ਦੇਖਦੇ ਆ, ਕਈਆਂ ਦੇ ਨਾਮ ਦੀ ਅੱਲ ਪੈਂਦੀ ਹੁੰਦੀ ਹੈ। ਕਈਆਂ ਨੂੰ ਪਿੰਡ ਵਿੱਚ ਸਾਰੇ ਮਾਮਾ ਹੀ, ਕੋਈ ਆਪਣੀ ਭੈਣ ਦੇ ਘਰੇ ਰਹਿੰਦਾ ਹੋਵੇ, ਉਹਦੇ ਚਲੋ ਭੈਣ ਦੇ ਬੱਚਿਆਂ ਦਾ ਮਾਮਾ ਤਾਂ ਲੱਗਦਾ ਹੀ ਹੁੰਦਾ, ਬਾਕੀ ਦੇ ਵੀ ਸਿਆਣੇ ਸਿਆਣੇ ਵੀ ਉਹਨੂੰ ਮਾਮਾ ਹੀ ਕਹਿੰਦੇ ਹੁੰਦੇ ਆ। ਕਿਸੇ ਨੂੰ ਚਾਚਾ ਕਹਿੰਦੇ ਹੁੰਦੇ ਆ, ਕਿਸੇ ਨੂੰ ਤਾਇਆ, ਇਉਂ ਅੱਲ ਪੈ ਜਾਂਦੀ ਆ। ਇਉਂ ਜਿਹੜਾ ਇਹ ਬਾਬਾ ਫੱਗੂ ਸੀ, ਭਾਈ ਫੱਗੂ ਸੀ, ਇਹਨਾਂ ਨੂੰ ਵੀ ਸਾਰੇ ਨਗਰ ਦੇ ਲੋਕ ਚਾਚਾ ਫੱਗੂ ਜੀ ਕਹਿੰਦੇ ਸਨ। ਬੜਾ ਭਾਵਨਾ ਵਾਲਾ ਗੁਰੂ ਕਾ ਸਿੱਖ, ਸੰਗਤਾਂ ਤੋਂ ਕਾਰ ਸੇਵਾ ਇਕੱਤਰ ਕਰਨੀ, ਗੁਰੂ ਮਹਾਰਾਜ ਦੇ ਦਰਬਾਰ ਵਿੱਚ ਲੈ ਕੇ ਜਾਣੀ। ਜਦੋਂ ਸਾਧ ਸੰਗਤ ਇਉਂ ਸੇਵਾ ਕਰਦਿਆਂ ਸਮਾਂ ਬਤੀਤ ਹੋਇਆ, ਵੱਖ-ਵੱਖ ਦੁਆਰਿਆਂ ਦੇ ਉੱਤੇ, ਬੂਹਿਆਂ ਦੇ ਉੱਤੇ, ਗ੍ਰਸਤੀਆਂ ਦੇ ਜਾਂਦਾ ਗੁਰੂ ਕਾ ਸਿੱਖ ਚਾਚਾ ਫੱਗੂ, ਪ੍ਰੇਰਨਾ ਕਰਦਾ, ਭਾਈ ਗੁਰੂ ਕੇ ਹਿਤ ਦਸਵੰਧ ਕੱਢੋ, ਪਰਮਾਤਮਾ ਤੁਹਾਡਾ ਭਲਾ ਕਰੇਗਾ, ਕਿਰਤ ਕਮਾਈਆਂ ਤੁਹਾਡੀਆਂ ਸਫਲੀਆਂ ਹੋਣਗੀਆਂ, ਘਰਾਂ ਵਿੱਚ ਬਰਕਤ ਪਵੇਗੀ। ਭਾਵਨਾ ਵਾਲੇ ਗੁਰੂ ਕੇ ਸਿੱਖ ਚਾਚੇ ਫੱਗੂ ਨੂੰ, ਭਾਈ ਫੱਗੂ ਨੂੰ ਆਪਣੀ ਕਾਰ ਸੇਵਾ ਦਿੰਦੇ ਆ। ਇਹ ਪਰ ਉਪਕਾਰ ਉੱਤੇ ਖਰਚ ਦਿੰਦਾ, ਗੁਰੂ ਕੇ ਦਰਬਾਰ ਵਿੱਚ ਪਹੁੰਚਾ ਹੁੰਦਾ।
ਨਾਮ ਬਾਣੀ ਦਾ ਉਪਦੇਸ਼ ਦਿੰਦਾ। ਵਾਹਿਗੁਰੂ ਵਾਹਿਗੁਰੂ ਜਪੋ ਗੁਰੂ ਕੇ ਪਿਆਰਿਓ। ਸਤਨਾਮ ਵਾਹਿਗੁਰੂ ਦਾ ਜਾਪ ਜਪਾਉਂਦਾ, ਗੁਰੂ ਕੀ ਸੇਵਾ ਦੀ, ਸੇਵਾਦਾਰਾਂ ਦੀ, ਗੁਰੂ ਕੇ ਸਿੱਖਾਂ ਦੀ ਕਾਰ ਸੇਵਾ ਸਫਲੀ ਕਰਦਾ। ਇਉਂ ਲੰਘਦਿਆਂ ਰਸਤੇ ਵਿੱਚ ਇੱਕ ਬਹੁਤ ਗਰੀਬ ਪਰਿਵਾਰ ਹੈ। ਉਹ ਬੀਬੀ ਨੂੰ ਹਮੇਸ਼ਾ ਭਾਈ ਫੱਗੂ ਜੀ ਨੇ ਕਹਿਣਾ ਕਿ ਬੀਬੀ ਕੁਝ ਨਾ ਕੁਝ ਗੁਰੂ ਘਰ ਵਾਸਤੇ ਦਸਵੰਧ ਦੇ ਦੇ, ਕੁਝ ਕਾਰ ਭੇਟਾ ਦੇ, ਤੁਹਾਡਾ ਵੀ ਸਫਲਾ ਹੋ ਜਾਏ, ਪ੍ਰਮਾਤਮਾ ਬਹੁਤਾ ਬਖਸ਼ੇਗਾ। ਪਰ ਬੀਬੀ ਨੇ ਹਰ ਵਾਰ ਕਹਿਣਾ, ਬਾਬਾ ਜੀ ਅੱਜ ਤਾਂ ਘਰ ਵਿੱਚ ਕੁਝ ਨਹੀਂ ਹੈ, ਜਦੋਂ ਕਦੇ ਹੋਵੇਗਾ ਦੇ ਦਿਆਂਗੇ। ਇਉਂ ਸਾਧ ਸੰਗਤ ਇੱਕ ਦਿਨ ਫੇਰ ਮਹਾਂਪੁਰਖ ਪਰ ਉਪਕਾਰੀ ਸੁਭਾਅ ਲੈ ਕੇ ਬੀਬੀ ਦੇ ਦੁਆਰੇ ਗਏ। ਬੀਬੀ ਕੂੜਾ ਸੁੱਟਣ ਜਾ ਰਹੀ ਸੀ। ਘਰ ਦੇ ਵਿੱਚੋਂ ਬੁਹਾਰੀ ਝਾੜੂ ਦੇ ਕੇ ਕੂੜਾ ਸਾਧ ਸੰਗਤ ਜੀ ਇਕੱਠਾ ਕਰਕੇ ਬੀਬੀ ਸੁੱਟਣ ਜਾ ਰਹੀ ਹੈ। ਮਹਾਂਪੁਰਖ ਨੇ, ਬਾਬਾ ਫੱਗੂ ਨੇ ਜਾ ਕੇ ਆਖਿਆ, ਬੀਬੀ ਅੱਜ ਤੇਰੇ ਘਰੋਂ ਕੁਝ ਨਾ ਕੁਝ ਜ਼ਰੂਰ ਲੈ ਕੇ ਜਾਣਾ ਹੈ, ਤੁਹਾਡੀ ਵੀ ਕਾਰ ਸੇਵਾ, ਤੁਹਾਡੀ ਕਿਰਤ ਕਮਾਈ ਸਫਲੀ ਹੋ ਜਾਵੇ। ਜਦੋਂ ਇਹ ਵਚਨ ਕੀਤੇ ਬੀਬੀ ਬੋਲ ਪਈ, ਕਹਿਣ ਲੱਗੀ, ਮਹਾਂਪੁਰਖੋ ਬਾਬਾ ਜੇ ਪੁੱਛਦਾ ਹੈ, ਸੱਚ ਸੁਣਨਾ ਚਾਹੁੰਦਾ ਹੈ ਤੇ ਸੁਣ, ਸਾਡੇ ਘਰ ਵਿੱਚ ਦੇਣ ਨੂੰ ਕੁਝ ਨਹੀਂ, ਆ 2 ਡੰਗ ਹੋ ਗਏ, ਸਾਡਾ ਪਰਿਵਾਰ ਤਾਂ ਫਾਕੇ ਹੀ ਕੱਟਦਾ, ਭੁੱਖਾ ਸੌਂ ਰਿਹਾ ਹੈ, ਸਾਡੇ ਆਪਣੇ ਖਾਣ ਵਾਸਤੇ ਕੁਝ ਨਹੀਂ, ਬਾਬਾ ਤੈਨੂੰ ਕੀ ਦੇ ਦਈਏ, ਮੇਰੇ ਹੱਥ ਵਿੱਚ ਤਾਂ ਆ ਕੂੜਾ ਹੈ। ਮਹਾਂਪੁਰਖਾਂ ਨੇ ਪਰਉਪਕਾਰ ਕਰਨਾ ਸੀ, ਕਹਿੰਦੇ ਬੀਬੀ ਆ ਕੂੜਾ ਹੀ ਪਾ ਦੇ, ਇਹ ਕੂੜਾ ਹੀ ਦੇ ਦੇ। ਦੇਖੋ ਗੁਰੂ ਕੇ ਪਿਆਰੇ ਮਹਾਂਪੁਰਖ ਲੋਕਾਂ ਦਾ ਕੂੜਾ ਵੀ ਪ੍ਰਵਾਨ ਕਰਦੇ ਹੈ। ਜਦੋਂ ਭਲਾ ਕਰਨਾ ਹੋਵੇ, ਪਰਉਪਕਾਰ ਕਰਨਾ ਹੋਵੇ, ਉਹ ਕੂੜਾ ਝੋਲੀ ਵਿੱਚ ਪਵਾ ਲਿਆ। ਚਾਚੇ ਫੱਗੂ ਨੇ ਆਪਣੇ ਘਰ ਪਹੁੰਚਿਆ, ਸਥਾਨ ਤੇ ਪਹੁੰਚਿਆ, ਪਰ ਉਪਕਾਰ ਦੀ ਭਾਵਨਾ ਕੂੜੇ ਨੂੰ ਫੋਲਣਾ ਸ਼ੁਰੂ ਕਰ ਦਿੱਤਾ। ਫਰੋਲੀ ਗਏ ਤੇ ਉਹ ਕੂੜੇ ਦੇ ਵਿੱਚੋਂ ਸਾਧ ਸੰਗਤ ਬੇਰਾਂ ਦੀਆਂ ਕੁਝ ਗਿਟਕਾਂ ਨਿਕਲੀਆਂ। ਮਹਾਂਪੁਰਖ ਨੇ ਦੇਖੋ ਪਰਉਪਕਾਰ ਕਰਨ ਦਾ ਤਰੀਕਾ, ਉਹ ਬੇਰਾਂ ਦੀਆਂ ਗਿਟਕਾਂ ਕੂੜੇ ਵਿੱਚੋਂ ਕੱਢੀਆਂ, ਧਰਤੀ ਵਿੱਚ ਦੱਬ ਦਿੱਤੀਆਂ। ਸਾਧ ਸੰਗਤ ਜੀ ਸਮਾਂ ਪੈ ਕੇ ਬੇਰੀ ਦਾ ਸੋਹਣਾ ਦਰਖਤ ਉਗਾਇਆ, ਵੱਡਾ ਹੋਇਆ, ਬੇਰ ਲੱਗਣ ਲੱਗ ਪਏ। ਸਮਾਂ ਬੀਤਿਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਇਹ ਪਟਨਾ ਸਾਹਿਬ ਵੱਲ ਗਏ ਹੈ, ਸਸਰਾਮ ਨਗਰ ਗਏ, ਇਹ ਚਾਚੇ ਫੱਗੂ ਨੂੰ, ਪਿਆਰੇ ਗੁਰਸਿੱਖ ਨੂੰ ਮਿਲੇ, ਦਰਸ਼ਨ ਦਿੱਤੇ, ਹੋਰ ਸੰਗਤਾਂ ਨੂੰ ਨਿਹਾਲ ਕੀਤਾ। ਆਖਿਆ ਭਾਈ ਫੱਗੂ ਲਿਆ, ਜਿੰਨੀ ਸੰਗਤ ਦੀ ਕਾਰ ਸੇਵਾ ਆਈ ਗੁਰੂ ਕਿਆਂ ਨੂੰ ਭੇਟ ਕਰ ਦੇ। ਇਹਨੇ ਜੋ ਦਸਵੰਧ ਮਾਇਆ ਆਈ ਸੀ ਇਮਾਨਦਾਰੀ ਦੇ ਨਾਲ ਸਭ ਕੁਝ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਭੇਟ ਕਰ ਦਿੱਤਾ। ਸਤਿਗੁਰੂ ਕਹਿੰਦੇ ਕੁਝ ਰਹਿ ਤਾਂ ਨਹੀਂ ਗਿਆ ਤੇਰੇ ਕੋਲ? ਕਹਿੰਦਾ ਮਹਾਰਾਜ ਮੈਂ ਬੜਾ ਚੇਤੇ ਦੇ ਨਾਲ ਇਕੱਲੀ ਵਸਤੂ ਹਿਸਾਬ ਕਿਤਾਬ ਰੱਖ ਕੇ ਸਭ ਕੁਝ ਸੰਗਤ ਦਾ, ਕਿਉਂਕਿ ਅਮਾਨਤ ਵਿੱਚ ਖਿਆਨਤ ਨਹੀਂ, ਮਹਾਰਾਜ ਤੁਹਾਡੀ ਅਮਾਨਤ ਤੁਹਾਡੇ ਹਵਾਲੇ ਕਰ ਦਿੱਤੀ ਹੈ। ਮਹਾਰਾਜ ਕਹਿੰਦੇ ਕੁਝ ਭੁੱਲਦਾ ਹੈ ਫੱਗੂ, ਕੁਝ ਰਹਿ ਗਿਆ, ਕਿਸੇ ਨੇ ਕੁਝ ਹੋਰ ਵੀ ਭੇਟ ਕੀਤਾ ਹੋਣਾ। ਕਹਿੰਦਾ ਮਹਾਰਾਜ ਮੈਂ ਅਲਪੱਗ ਜੀਵ ਹੈ, ਮੇਰੀ ਬੁੱਧੀ ਇੰਨੀ ਕੰਮ ਨਹੀਂ ਕਰਦੀ, ਆਪ ਜੀ ਮੈਨੂੰ ਚੇਤਾ ਕਰਾ ਦਿਓ। ਕੋਸ਼ਿਸ਼ ਕਰੀਦੀ ਹੈ ਪਰ ਉਪਕਾਰ ਕੀਤਾ ਜਾਵੇ, ਚੰਗਾ ਜੀਵਨ ਰੱਖਿਆ ਜਾਵੇ, ਸਾਡੇ ਲੇਖੇ ਵਿੱਚ ਚੰਗੇ ਕਰਮ ਲਿਖੇ ਜਾਣ। ਪਰ ਮਹਾਰਾਜ ਫਿਰ ਵੀ ਅਸੀਂ ਜੀਵ ਹੈਗੇ ਤਾਂ ਭੁੱਲਣਹਾਰ ਹੀ ਹੈ ਨਾ। ਲੇਖਾ ਕਤ ਹੈ ਨਾ ਛੁੱਟੀ ਹੈ, ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਕਦੇ ਆ ਭਾਵਨਾ ਸਾਡੇ ਵੀ ਮਨ ਵਿੱਚ ਬਣ ਜਾਵੇ। ਆ ਕੇ ਕੱਲੀ ਲਿਸਟ ਹੀ ਨਾ ਮਹਾਰਾਜ ਦੇ ਅੱਗੇ ਰੱਖੀਏ, ਮਹਾਰਾਜ ਆ ਵੀ ਦੇ ਦਿਓ, ਆ ਵੀ ਦੇ ਦਿਓ, ਆ ਵੀ ਦੇ ਦਿਓ, ਜ਼ਮੀਨ ਜਾਇਦਾਦ, ਸੁੱਖ ਆਰਾਮ, ਪੁੱਤ ਦੁੱਧ, ਨੌਕਰੀਆਂ, ਦੇਸ਼ਾਂ ਵਿਦੇਸ਼ਾਂ ਦੀਆਂ ਸੈਰਾਂ, PR, ਸਭ ਕੁਝ ਮਹਾਰਾਜ ਬਖਸ਼ ਦਿਓ। ਮੰਗਦੇ ਤਾਂ ਬਹੁਤ ਕੁਝ ਹੈ, ਪਰ ਤੌਬਾ ਕਿੰਨੀ ਕੀਤੀ, ਆਪਣੇ ਗੁਨਾਹ ਕਿੰਨੇ ਕਬੂਲੇ ਗੁਰੂ ਦਰ ਦੇ ਉੱਤੇ ਆ ਕੇ। ਅਸੀਂ ਚਾਹੀਦਾ ਤਾਂ ਇਹ ਸੀ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਜੋ ਸਤਿਗੁਰੂ ਨੇ ਬੇਨਤੀ ਕਰਨੀ ਸਿਖਾਈ ਹੈ। ਜਦੋਂ ਵੀ ਗੁਰੂ ਕੇ ਸਿੱਖਾਂ ਤੂੰ ਅਰਦਾਸ ਕਰਦਾ ਹੈ, ਤੇਰੀ ਅਰਦਾਸ ਦੇ ਵਿੱਚ ਇਹ ਲਫ਼ਜ਼ ਜ਼ਰੂਰ ਸ਼ਾਮਲ ਹੋਣ, ਮੇਲ ਲਹਿਓ ਦਇਆਲ, ਢਹਿ ਪਏ ਦੁਆਰਿਆ, ਰੱਖ ਲੇਵੋ ਦੀਨ ਦਇਆਲ, ਭਰਮਤ ਬਹੁ ਹਾਰਿਆ। ਇਹ ਦੁਖੀਆਂ ਦੇ ਉੱਤੇ, ਗਰੀਬਾਂ ਦੇ ਉੱਤੇ ਦਿਆਲਤਾ ਕਰਨ ਵਾਲੇ ਮਹਾਰਾਜ,
ਭਰਮ ਦੇ ਹਾਰ ਹੰਭ ਚੁੱਕੇ ਐ, ਹੁਣ ਮੇਲ ਲਓ, ਹੁਣ ਮਿਲਾ ਲਓ ਆਪਣੇ ਨਾਲ, ਤੁਹਾਡੇ ਦਰ ਦੇ ਉੱਤੇ ਢਹਿ ਪਿਆ। ਅਰਦਾਸ ਕਰੀਏ ਮਹਾਰਾਜ, ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਗਹਿਓ ਪਾਠ ਹੈ, ਹਾਹੇ ਨੂੰ ਸਿਹਾਰੀ ਨਾਲ, ਗਇਓ ਪਾਠ ਨਹੀਂ ਕਰਨਾ ਵੀ ਸਾਰੇ ਦੁਆਰਾਂ ਨੂੰ ਛੱਡ ਕੇ ਤੇਰੇ ਦੁਆਰੇ ਤੋਂ ਵੀ ਗਿਆ, ਫਿਰ ਤਾਂ ਗਏ ਗੁਜਰੀ ਹੋ ਜਾਣਗੇ। ਗਹਿਓ ਗਹਿਣਾ ਨਾਮ ਹੈ ਫੜਨ ਦਾ। ਮਹਾਰਾਜ ਸਾਰੇ ਦੁਆਰੇ ਛੱਡ ਕੇ ਤੇਰੇ ਦਰ ਦਾ ਪੱਲਾ ਫੜ ਲਿਆ। ਬਾਹੇ ਗਹੇ ਕੀ ਲਾਜ ਅਸ, ਇੱਥੇ ਵੀ ਬਹਿ ਗਏ ਦੀ ਨਹੀਂ ਕਹਿਣਾ, ਬਾਹੇ ਗਹੇ ਕੀ, ਬਾਂਹ ਫੜੀ ਦੀ ਲਾਜ ਤੈਨੂੰ ਆ ਹੁਣ, ਕਿਉਂਕਿ ਮੈਂ ਤਾਂ ਹੇ ਗੋਬਿੰਦ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਦਰ ਦਾ ਦਾਸ ਬਣ ਕੇ ਆ ਗਿਆ। ਜ਼ਰੂਰ ਗੁਰੂ ਕੇ ਪਿਆਰਿਓ ਜਿੰਨੇ ਬੈਠੇ ਹੋ, ਜਦੋਂ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹੋ ਨਾ, ਆਹ ਦੋ ਸ਼ਬਦ ਚੇਤੇ ਕਰ ਲਓ, ਜ਼ਰੂਰ ਕਹਿਣੇ ਆ ਅਰਦਾਸ ਵਿੱਚ, ਅੱਜ ਤੋਂ ਹੀ ਪੱਕਾ ਕਰ ਲਓ। ਸਾਡਾ ਸਮਾਂ ਲਾਇਆ ਹੋਇਆ, ਮਹਾਂਪੁਰਖਾਂ ਦੀ ਯਾਦ ਮਨਾਈ ਹੋਈ, ਸਾਧ ਸੰਗਤ ਜੀ ਪ੍ਰਮਾਤਮਾ ਦੇ ਉੱਤੇ ਭਰੋਸਾ ਕਰਕੇ ਕਹਿਣਾ ਜ਼ਰੂਰ ਸਫਲੀ ਹੋ ਜਾਏਗੀ। ਦੋ ਸ਼ਬਦ ਕੰਠ ਕਰ ਲਓ, ਇੱਕ ਤਾਂ ਇਹ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤੇ ਦੂਜਾ ਕੰਠ ਕਰ ਲਓ ਸ਼ਬਦ, ਦੋ ਲਾਈਨਾਂ ਦਾ ਹੈ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਇਹ ਵੀ ਅਰਦਾਸ ਜ਼ਰੂਰ ਕਰਿਆ ਕਰੀਏ। ਮਹਾਰਾਜ ਹੁਣ ਵਲ ਵਿੰਗ ਸਾਰੇ ਨਿਕਲ ਗਏ ਆ ਮੇਰੇ, ਡੰਡੌਤ ਬੰਦਨ, ਡੰਡੇ ਵਾਂਗੂ ਸਿੱਧਾ ਹੋ ਕੇ ਬੰਦਨਾ ਕਰ ਰਿਹਾ ਮੈਂ। ਮਨ ਮੇਰਾ ਟੇਢਾ ਮੇਢਾ ਜਿਹੜਾ ਚੱਲਦਾ ਸੀ ਮਹਾਰਾਜ, ਉਹਨੂੰ ਮੈਂ ਸਿੱਧਾ ਕਰ ਲਿਆ, ਸਿੱਧਾ ਤੁਹਾਡੇ ਚਰਨਾਂ ਵਿੱਚ ਲਿਆ ਕੇ ਰੱਖ ਦਿੱਤਾ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਮੈਂ ਤੈਨੂੰ ਸਰਬ ਕਲਾ ਸਮਰੱਥ ਸ਼ਕਤੀਵਾਨ ਜਾਣ ਲਿਆ ਹੈ। ਡੋਲਣ ਤੇ ਰੱਖੋ ਪ੍ਰਭੂ, ਮਹਾਰਾਜ ਹੁਣ ਡੋਲਣ ਤੋਂ ਤੂੰ ਰੱਖ ਲਈ। ਸਾਰੇ ਦੁਆਰਿਆਂ ਨੂੰ ਛੱਡ ਕੇ ਤੇਰੇ ਦਰ ਦੇ ਉੱਤੇ ਆ ਗਿਆ, ਤੇਰੇ ਦਰ ਦੇ ਉੱਤੇ ਸਥਿਤੀ ਮੇਰੇ ਮਨ ਨੂੰ ਤੂੰ ਬਖਸ਼ਣੀ ਹੈ, ਟਿਕਾ ਤੂੰ ਬਖਸ਼ਣਾ ਹੈ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪਣਾ ਮੇਰਾ ਭਰਿਆ ਹੱਥ ਮੇਰੇ ਸਿਰ ਤੇ ਰੱਖੇ। ਜ਼ਰੂਰ ਅਰਦਾਸ ਵਿੱਚ ਇਹ ਸ਼ਬਦ ਦੋ ਤਿੰਨ ਸ਼ਾਮਲ ਕਰ ਲਈਏ। ਮੇਲ ਲੈਹੋ ਦਇਆਲ, ਢਹਿ ਪਏ ਦੁਆਰਿਆ, ਰੱਖ ਲੇਵੋ ਦੀਨ ਦਇਆਲ, ਭਰਮਤ ਬਹੁ ਹਾਰਿਆ। ਜਦੋਂ ਇਉਂ ਨਿੱਤਾ ਪ੍ਰਤੀ ਉਹਦੇ ਦਰ ਦੇ ਉੱਤੇ ਪਪੀਹੇ ਵਾਂਗੂ ਕੂਕਾਂਗੇ ਨਾ, ਕਬੀਰ ਕੇਸੋ ਕੇਸੋ ਕੂਕੀ ਹੈ, ਕਬਹੂ ਕੇ ਸੁਣੈ ਪੁਕਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੈ ਪੁਕਾਰ। ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੈ ਪੁਕਾਰ। ਕਦੇ ਤਾਂ ਪੁਕਾਰ ਸੁਣੇਗਾ ਹੀ ਨਾ, ਪਪੀਹਾ ਕੂਕਦਾ ਰਹਿੰਦਾ, ਕਦੇ ਤਾਂ ਉਹਨੂੰ ਸਵੰਤੀ ਬੂੰਦ ਮਿਲਦੀ ਹੋਈ ਹੈ। ਜਦੋਂ ਸਾਧ ਸੰਗਤ ਜੀ ਗੁਰੂ ਚਰਨਾਂ ਵਿੱਚ ਬਾਰ-ਬਾਰ ਆ ਕੇ ਨਿੱਤਾ ਪ੍ਰਤੀ ਗੁਰੂ ਕੇ ਸਿੱਖਾ, ਇੱਕ ਵਾਰ ਦਰਸ਼ਨ ਕਰਨ ਜਾਣਾ, ਦੋ ਵਾਰ ਦਰਸ਼ਨ ਕਰਨ ਜਾਣਾ ਹੈ, ਆਹ ਦੋ ਤਿੰਨ ਜਿਹੜੀਆਂ ਬੇਨਤੀਆਂ ਗੁਰੂ ਚਰਨਾਂ ਵਿੱਚ ਜ਼ਰੂਰ ਕਰੇਗਾ ਤੇ ਗੁਰੂ ਬੌੜੀ ਕਰੇਗਾ। ਗੁਰੂ ਸਾਡੀ ਕੀਤੀ ਹੋਈ ਘਾਲਣਾ ਦਾ ਸਾਧ ਸੰਗਤ ਜੀ ਤਿਲ ਮਾਤਰ ਵੀ ਅਜਾਈ ਨਹੀਂ ਜੇ ਜਾਣ ਦਿੰਦਾ, ਅਜਾਈ ਨਹੀਂ ਗਵਾਉਂਦਾ ਕਿਸੇ ਦਾ। ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਜੇ ਇੱਕ ਡੱਕਾ ਵੀ ਚੱਕ ਕੇ ਪਾਸੇ ਰੱਖ ਦਿੱਤਾ ਨਾ, ਗੁਰੂ ਘਰ ਵਿੱਚ ਆ ਕੇ ਸੇਵਾ ਕਰਦੇ ਆ, ਉਹ ਕਿਰਤ ਕਮਾਈ ਦਾ ਵੀ ਸਤਿਗੁਰੂ ਤੈਨੂੰ ਜ਼ਰੂਰ ਫਲ ਦੇਣਗੇ। ਗੱਲ ਤਾਂ ਭਾਵਨਾ ਦੀ ਹੈ ਨਾ, ਭਾਵਨੀ ਭਗਤ ਭਾਏ ਕੌਡੀ, ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰੂ ਜੀ ਸਰਬ ਖਜ਼ਾਨਿਆਂ ਦੀ ਬਖਸ਼ਿਸ਼ ਕਰ ਦਿੰਦੇ ਹੈ, ਪਰ ਸਾਡੀ ਅਰਦਾਸ ਦਾ ਇਹ ਅੰਗ ਜ਼ਰੂਰ ਬਣਨਾ। ਭਾਈ ਫੱਗੂ ਨੇ ਬੇਨਤੀ ਕੀਤੀ, ਮਹਾਰਾਜ ਮੈਂ ਆਪਣੇ ਵੱਲੋਂ ਜੋ ਸੰਗਤ ਦੀ ਮਾਇਆਕਾਰ ਭੇਟਾ ਆਈ ਸੀ ਆਪ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੱਤੀ ਹੈ, ਫਿਰ ਵੀ ਜੀਵ ਭੁੱਲਣ ਹਾਰ ਹਾਂ, ਭੁੱਲਣ ਅੰਦਰ ਸਭ ਕੋ ਅਭੁੱਲ। ਗੁਰੂ ਕਰਤਾਰ ਜਾਂ ਗੁਰੂ ਨਹੀਂ ਭੁੱਲਦਾ, ਜਾਂ ਅਕਾਲ ਪੁਰਖ ਵਾਹਿਗੁਰੂ ਕਰਤਾ ਇਹ ਦੁਨੀਆ ਦਾ ਕਰਤਾਰ ਨਹੀਂ ਭੁੱਲਦਾ। ਜੀਵ ਤਾਂ ਭੁੱਲਿਆ ਹੀ ਹੋਇਆ ਹੈ, ਭੁੱਲਾਂ ਕਰਕੇ ਤਾਂ ਜਨਮ ਮਿਲਿਆ। ਜੇ ਭੁੱਲੇ ਨਾ ਹੋਈਏ ਮੁਕਤ ਨਾ ਹੋ ਜਾਈਏ। ਮਹਾਰਾਜ ਭੁੱਲਣ ਹਾਰ ਹਾਂ, ਆਪ ਜੀ ਬਖਸ਼ੋ, ਕਿਰਪਾ ਕਰੋ, ਮੇਰੀ ਇੰਨੀ ਮਤ ਨਹੀਂ ਹੈ, ਅਲਪ ਬੁੱਧੀ ਹੈ, ਆਪ ਜੀ ਚੇਤਾ ਕਰਵਾਓ। ਸਤਿਗੁਰੂ ਕਹਿੰਦੇ ਭਾਈ ਇੱਕ ਬੀਬੀ ਨੇ ਸੇਵਾ ਦੇ ਵਿੱਚ ਤੈਨੂੰ ਕੂੜਾ ਵੀ ਦਿੱਤਾ ਸੀ, ਚੇਤੇ ਹੈ? ਚੇਤਾ ਆ ਗਿਆ, ਹਾਂ ਮਹਾਰਾਜ ਕੂੜਾ ਦਿੱਤਾ ਸੀ। ਕੀ ਕੀਤਾ ਮਹਾਰਾਜ? ਉਹ
ਬੇਰੀ ਦੇ ਬੀਜ, ਬੇਰਾਂ ਦੀਆਂ ਗਿਟਕਾਂ ਮੈਂ ਬੀਜ ਦਿੱਤੀਆਂ। ਆ ਸਾਹਮਣੇ ਜਿਹੜਾ ਦਰਖਤ ਹੁਣ ਉੱਗਿਆ ਖੜਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਉੱਠੇ, ਕਹਿੰਦੇ ਭਾਈ ਉਹਨਾਂ ਦੀ ਸੇਵਾ ਵੀ ਤਾਂ ਲੱਗਣੀ ਚਾਹੀਦੀ ਹੈ ਨਾ, ਸਾਡੇ ਤੱਕ ਪਹੁੰਚਣੀ ਚਾਹੀਦੀ ਹੈ, ਜਿਸ ਭਾਵਨਾ ਨਾਲ ਉਹਨਾਂ ਨੇ ਦਿੱਤਾ। ਸਤਿਗੁਰੂ ਜੀ ਉੱਠੇ, ਬੇਰੀ ਦਾ ਇੱਕ ਪੱਤਾ ਤੋੜ ਕੇ ਸਤਿਗੁਰੂ ਜੀ ਨੇ ਮੂੰਹ ਵਿੱਚ ਪਾ ਲਿਆ। ਕਹਿੰਦੇ ਲੈ ਭਾਈ, ਆ ਬੀਬੀ ਤੋਂ ਜਿਹੜੀ ਤੈਂ ਸੇਵਾ ਕਰਾਈ ਸੀ ਭਾਈ ਫੱਗੂ, ਉਹਦੀ ਸੇਵਾ ਵੀ ਪ੍ਰਵਾਨ ਹੈ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਬੀਬੀ ਦੀ ਕੂੜੇ ਦੀ ਕੀਤੀ ਹੋਈ ਸੇਵਾ ਵੀ ਜੁਗਤੀ ਦੇ ਨਾਲ ਮਹਾਂਪੁਰਖ ਚਾਚੇ ਫੱਗੂ ਨੇ, ਭਾਈ ਫੱਗੂ ਨੇ ਸਤਿਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਕਰਾ ਦਿੱਤੀ। ਇਉਂ ਸਾਧ ਸੰਗਤ ਦੇ ਰੱਬ ਦੇ ਪਿਆਰਿਆਂ ਦਾ ਸੁਭਾਅ ਹੈ, ਆਪਣਾ ਵਿਗਾੜ ਬਿਰਾਨਾ ਸੰਡ ਹੈ। ਆਪਣਾ ਵਿਗਾੜ ਕੇ ਵੀ ਦੂਜਿਆਂ ਦਾ ਭਲਾ ਕਰਦੇ ਐ। ਝੋਲੀ ਵਿੱਚ ਕੂੜਾ ਪਵਾ ਲਿਆ, ਇਹ ਨਹੀਂ ਮਨ ਦੇ ਵਿੱਚ ਭਾਵਨਾ ਕੀਤੀ ਕਿ ਕੂੜਾ ਕਰਕਟ ਮੈਂ ਝੋਲੀ ਵਿੱਚ ਕਿਉਂ ਪਵਾਵਾਂ, ਮੇਰਾ ਪੱਲਾ ਮੈਲਾ ਹੋ ਜਾਣਾ, ਮੇਰਾ ਚੋਲਾ ਮੈਲਾ ਹੋ ਜਾਣਾ। ਨਹੀਂ ਭਾਈ, ਭਾਵਨਾ ਸੀ ਗੁਰੂ ਕਾ ਸੰਤ ਸੀ, ਬੀਬੀ ਦਾ ਭਲਾ ਕਰਨਾ, ਇਹਦੇ ਪਰਿਵਾਰ ਦਾ ਭਲਾ ਕਰਨਾ, ਕੂੜਾ ਵੀ ਝੋਲੀ ਵਿੱਚ ਪਵਾ ਲਿਆ। ਅੱਜ ਤਾਂ ਸਾਡੇ ਚੋਲੇ ਦੇ ਨਾਲ ਸਾਧ ਸੰਗਤ ਜੀ, ਸੰਤ ਮਹਾਂਪੁਰਖ, ਕਥਾਵਾਚਕ, ਰਾਗੀ, ਗਿਆਨੀ, ਧਿਆਨੀ, ਧਾਰਮਿਕ ਬੰਦੇ ਕਹਾਉਣ ਵਾਲਿਆਂ ਦੇ ਕੋਈ ਹੱਥ ਵੀ ਲਾ ਦੇਵੇ ਨਾ, ਆ ਕੇ ਅਸੀਂ ਕਹਿੰਦੇ ਪਰੇ ਹੋ, ਚੋਲਾ ਝੂਠਾ ਕਰ ਛੱਡਿਆ, ਤੇਰਾ ਹੱਥ ਲੱਗ ਗਿਆ। ਪਰ ਉਹ ਦੇਖੋ ਬਾਬਾ ਫੱਗੂ, ਚਾਚਾ ਫੱਗੂ, ਗੁਰੂ ਕਾ ਪਿਆਰ ਵਾਲਾ ਸੰਤ, ਝੋਲੀ ਵਿੱਚ ਕੂੜਾ ਪਵਾ ਲਿਆ। ਆਪਣਾ ਵਿਗਾੜ ਬਰਾਨਾ ਸੰਡ ਹੈ, ਪਰਾਇਆ ਭਲਾ ਕਰਨਾ ਨਾ। ਇਉਂ ਰੱਬ ਦੇ ਪਿਆਰੇ, ਪਰ ਉਪਕਾਰ ਨਿਤ ਚਿਤਵਤੇ, ਨਾ ਹੀ ਕਛ ਪੋਚ। ਹਮੇਸ਼ਾ ਪਰ ਉਪਕਾਰ ਦੀ ਭਾਵਨਾ ਲੈ ਕੇ ਸੰਤ ਭਗਤ ਗੁਰ ਸਿੰਘ ਹੈ ਪਰ ਉਪਕਾਰੀ ਜਗ ਤਾਰਨ ਆਏ। ਸੰਸਾਰ ਨੂੰ ਤਾਰਨ ਵਾਸਤੇ ਇਹ ਦੁਨੀਆ ਦੇ ਉੱਤੇ ਆਏ ਹੈ। ਉਹਨਾਂ ਮਹਾਂਪੁਰਖਾਂ ਦੀ ਦੁਨੀਆ ਵਿੱਚੋਂ ਹੀ ਇੱਕ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖ, ਉਹ ਆਏ, ਤੁਹਾਡੇ ਇਸ ਨਗਰ ਦੇ ਵਿੱਚ ਰਹੇ, ਨਿਵਾਸ ਕੀਤਾ, ਭਗਤੀ ਕੀਤੀ, ਬੰਦਗੀ ਕੀਤੀ, ਮਿਹਨਤ ਕੀਤੀ, ਵਿਛੜੀਆਂ ਰੂਹਾਂ ਨੂੰ ਰੱਬ ਦੇ ਨਾਲ ਜੋੜਿਆ, ਨਾਮ ਬਾਣੀ ਦਾ ਛੱਟਾ ਦੇ ਕੇ ਆਪਣੀ ਡਿਊਟੀ ਨਿਭਾ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਰਾਜੇ। ਉਹਨਾਂ ਦੀ ਯਾਦ ਆਪਾਂ ਅੱਜ ਮਨਾ ਰਹੇ ਹਾਂ। ਮਹਾਂਪੁਰਖ ਕਿਰਪਾ ਕਰਨ, ਜਿਹੜਾ ਰਸਤਾ ਸਾਨੂੰ ਦੱਸ ਕੇ ਗਏ ਹੈ, ਜੀਅ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਨ ਮਿਲਾਏ, ਰੱਬ ਦੇ ਨਾਲ ਮਿਲਾਉਣ ਵਾਸਤੇ ਉਹ ਆਏ ਸੀ। ਉਸ ਰਸਤੇ ਉੱਤੇ ਚੱਲੀਏ, ਜਿਹੜੀਆਂ ਪਗਡੰਡੀਆਂ, ਜਿਹੜਾ ਰਸਤਾ ਮਹਾਂਪੁਰਖ ਸਾਨੂੰ ਦਰਸਾ ਕੇ ਗਏ ਆ, ਉਹ ਰਸਤੇ ਉੱਤੇ ਚੱਲੀਏ। ਰਲ ਮਿਲ ਕੇ ਸੇਵਾ ਕਰਿਆ ਕਰੋ। ਅਚਨਚੇਤ ਹੀ ਗੁਰਮੁਖਾਂ ਨੇ ਕੱਲ ਡਾਕਟਰ ਰਾਣਾ ਜੀ ਨੇ, ਪਰਮਿੰਦਰ ਸਿੰਘ ਹੋਰਾਂ ਨੇ ਫੋਨ ਕੀਤਾ, ਕਹਿੰਦੇ ਜੀ ਮਹਾਂਪੁਰਖਾਂ ਦੀ ਬਰਸੀ ਦਾ ਸਮਾਗਮ ਹੈ ਕੱਲ ਨੂੰ, ਤੁਸੀਂ ਹਾਜ਼ਰੀ ਭਰਨ ਵਾਸਤੇ ਜ਼ਰੂਰ ਆਉਣਾ ਹੈ, ਕਿਉਂਕਿ ਪਰਿਵਾਰਕ ਮਾਹੌਲ ਹੈ ਤੁਹਾਡੇ ਨਾਲ, ਸਾਰਿਆਂ ਨਾਲ ਹੀ। ਹੋਰ ਕਿਤੇ ਦਾ ਕੋਈ ਪ੍ਰੋਗਰਾਮ ਭਾਵੇਂ ਛੱਡਣਾ ਵੀ ਪੈ ਜਾਏ, ਕਿਉਂਕਿ ਸਾਧ ਸੰਗਤ ਅੱਜ ਤਲਣ ਸਾਹਿਬ ਵੀ ਬੜੇ ਪ੍ਰੇਮੀ ਗੁਰਸਿੱਖਾਂ ਦੇ ਘਰ ਅਖੰਡ ਪਾਠ ਸਾਹਿਬ ਦੀ ਆਰੰਭਤਾ ਸੀ। ਬੜੇ ਪਿਆਰ ਨਾਲ ਉਹਨਾਂ ਵੱਲੋਂ ਵੀ ਸੱਦਾ ਸੀ, ਪਰ ਉਹਨਾਂ ਤੋਂ ਮਾਫੀ ਮੰਗੀ ਕਿ ਆਰੰਭਤਾ ਵੇਲੇ ਨਹੀਂ ਆ ਸਕਾਂਗੇ, ਭੋਗ ਵੇਲੇ ਜ਼ਰੂਰ ਹਾਜ਼ਰੀ ਭਰਾਂਗੇ। ਤੇ ਉਧਰਲਾ ਪ੍ਰੋਗਰਾਮ ਛੱਡ ਕੇ ਤੁਹਾਡੇ ਪਿਆਰ ਵਿੱਚ, ਕਿ ਪਰਿਵਾਰ ਵੱਲੋਂ ਸੱਦਾ ਹੈ, ਸੀਮਤ ਸਮੇਂ ਵਿੱਚ ਪ੍ਰੋਗਰਾਮ ਬਣਿਆ, ਹਾਜ਼ਰੀ ਭਰਨ ਦੇ ਲਈ ਪਹੁੰਚਿਆ। ਇੰਨੀ ਹਾਜ਼ਰੀ ਤੁਸੀਂ ਸਾਰਿਆਂ ਨੇ ਪ੍ਰਵਾਨ ਕਰਨੀ, ਪਰ ਬੇਨਤੀ ਹੈ ਸਮੂਹ ਪ੍ਰਬੰਧਕ ਵੀਰਾਂ ਦੇ ਚਰਨਾਂ ਵਿੱਚ ਤੇ ਸਮੂਹ ਸੰਗਤ ਦੇ ਚਰਨਾਂ ਵਿੱਚ। ਮਹਾਂਪੁਰਖ ਜਿਨ੍ਹਾਂ ਨੇ ਤੁਹਾਡੇ ਇਸ ਨਗਰ ਵਿੱਚ ਆ ਛੋਟੀ ਜਿਹੀ ਕੁਟੀਆ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕੀਤਾ, ਬੰਦਗੀ ਕੀਤੀ, ਤੁਹਾਨੂੰ ਜ਼ਿੰਦਗੀ ਨੂੰ ਸਫਲ ਕਰਨ ਦੀਆਂ ਜੁਗਤੀਆਂ ਦੇ ਗਏ। ਤੁਹਾਡੇ ਨਗਰ ਦਾ ਨਾਮ ਵਿਸ਼ਵ ਪੱਧਰ ਦੇ ਉੱਤੇ ਚਮਕਾ ਕੇ ਸਾਨੂੰ ਕੰਗ ਸਾਬੂ ਵਿੱਚ ਬੈਠਿਆਂ ਨੂੰ ਭਾਵੇਂ ਲੱਗਦਾ ਹੋਵੇ ਵੀ ਸਾਡੇ ਨਗਰ ਦੇ ਵਿੱਚ ਹੀ ਰਹਿਣ ਵਾਲੇ ਮਹਾਂਪੁਰਖ ਸਨ, ਉਹਨਾਂ ਨੂੰ ਹੋਰ ਕਿਹੜਾ ਕੋਈ ਬਾਹਰ ਜਾਣਦਾ ਹੋਣਾ ਹੈ। ਪਰ ਸਾਧ ਸੰਗਤ ਅੱਜ ਵਿਦਵਾਨਾਂ ਦੀ ਸਭਾ ਵਿੱਚ ਜਾ ਕੇ ਜਦੋਂ ਕਿਤੇ ਨਾਂ ਲਈਦਾ ਨਾ ਮਹਾਂਪੁਰਖਾਂ ਦਾ, ਵੀ ਉਹਨਾਂ ਦੇ ਅਸਥਾਨ ਉੱਤੇ ਸੇਵਾ ਕਰਦੇ ਆ, ਉੱਥੇ ਕਥਾ ਕੀਰਤਨ ਦੀ ਸੇਵਾ ਦਾ ਮੌਕਾ ਬਣਦਾ ਰਹਿੰਦਾ। ਸਾਧ ਸੰਗਤ ਜੀ, ਮੈਨੂੰ ਗੁਰਮੁਖ ਪਿਆਰੇ ਪਿਛਲੇ ਦਿਨੀ ਇੱਕ ਤਲਣ ਸਾਹਿਬ ਵੀ ਮਿਲੇ, ਕਿਉਂਕਿ ਤੁਹਾਨੂੰ ਪਤਾ ਹੈ ਦਾਸ ਦੇ ਕੋਲੋਂ ਸਤਿਗੁਰੂ ਸਾਹਿਬ ਉੱਥੇ ਨਿੱਤਾ ਪ੍ਰਤੀ ਕਥਾ ਦੀ ਸੇਵਾ ਲੈ ਰਹੇ ਹੈ, ਗੁਰ ਇਤਿਹਾਸ ਦੀ ਕਥਾ ਦੀ। ਇੱਕ ਗੁਰਮੁਖ ਪਿਆਰੇ ਮਿਲੇ, ਮਹਾਂਪੁਰਖਾਂ ਦੇ ਪੁਰਾਣੇ ਸੰਗੀ ਸਨ। ਉਹਨਾਂ ਦੱਸਿਆ, ਕਹਿੰਦੇ ਅਸੀਂ ਮਹਾਂਪੁਰਖਾਂ ਦੇ ਗੁਰ ਭਾਈ ਹੈ। ਗਿਆਨੀ ਮੁਖਤਿਆਰ ਸਿੰਘ ਜੀ ਸਾਰਿੰਗ, ਉਹ ਵੀ ਗੁਰ ਭਾਈ ਸਨ। ਬਾਬਾ ਪਾਲ ਸਿੰਘ ਜੀ ਲੋਹੀਆਂ ਵਾਲੇ, ਹੋਰ ਅਨੇਕਾਂ ਗੁਰਮੁਖ ਪਿਆਰੇ ਜਿਹੜੇ ਇਹ ਇਕੱਠੇ ਸੰਗੀ ਸਨ। ਤੇ ਉਹ ਗੁਰਮੁਖ ਪਿਆਰੇ ਗ੍ਰੰਥੀ ਸਿੰਘ ਉੱਥੇ ਪਾਠੀ ਸਿੰਘ ਸੇਵਾ ਕਰਦੇ ਆ, ਕਥਾ ਵੀ ਕਰ ਲੈਂਦੇ ਆ।
ਜਦੋਂ ਉਹਨਾਂ ਨੂੰ ਪਤਾ ਲੱਗਿਆ, ਮੈਂ ਦੱਸਿਆ ਕਿ ਮਹਾਂਪੁਰਖਾਂ ਦੇ ਸਥਾਨ ਦੇ ਉੱਤੇ ਸੇਵਾ ਕਰੀਦੀ ਹੈ ਹਰ ਸੰਗਰਾਂਦ ਦੀ ਸੰਗਰਾਂਦ, ਬਾਕੀ ਹੋਰ ਸਮਾਗਮ ਜਦੋਂ ਸੰਗਤ ਰਚਦੀ ਹੈ ਹੁਕਮ ਕਰਦੀ ਹੈ, ਔਰ ਪਰਿਵਾਰਕ ਮਾਹੌਲ ਬਣਿਆ ਘਰਾਂ ਦੇ ਵਿੱਚ ਵੀ ਪਰਿਵਾਰਕ ਮੈਂਬਰਾਂ ਵਾਂਗ ਗੁਰੂ ਕੇ ਪਿਆਰੇ ਸੱਦਾ ਦਿੰਦੇ ਆ ਤੇ ਜਾਈਦਾ ਆਈਦਾ ਖੁਸ਼ੀ ਗਮੀ ਦੇ ਵਿੱਚ। ਬੜਾ ਪ੍ਰਸੰਨ ਹੋਇਆ, ਭੱਜ ਕੇ ਉਹਨੇ ਗਲਵੱਕੜੀ ਪਾ ਲਈ, ਕਹਿੰਦਾ ਕਿੰਨਾ ਮਹਾਂਪੁਰਖਾਂ ਦਾ ਨਾਮ ਲੈ ਦਿੱਤਾ, ਕਿਆ ਬਾਤਾਂ ਕਹਿੰਦਾ ਉਹਨਾਂ ਦੀਆਂ। ਐਡੇ ਵੱਡੇ ਵਿਦਵਾਨ ਮਹਾਂਪੁਰਖ, ਜਾਪ ਸਾਹਿਬ ਦਾ ਜਿਹੜਾ ਟੀਕਾ ਮਹਾਂਪੁਰਖ ਕਰ ਗਏ, ਸਾਧ ਸੰਗਤ ਜੀ ਛੇਤੀ ਕੀਤੇ ਕੋਈ ਵਿਦਵਾਨ ਇੰਨੀ ਵਿਦਵਤਾ ਦੇ ਸਹਿਤ ਸਾਧ ਸੰਗਤ ਜੀ ਗੁਰਬਾਣੀ ਦੇ ਅਰਥ ਕਰ ਦੇਵੇ, ਮੁਸ਼ਕਲ ਬਾਤ ਹੈ। ਔਰ ਉਹਨਾਂ ਮਹਾਂਪੁਰਖਾਂ ਦੀ ਸ਼ੋਭਾ ਵਿੱਚ ਸ਼ਬਦ ਬਾਉਣੇ ਪੈ ਜਾਂਦੇ ਹੈ, ਸ਼ਬਦਾਂ ਦਾ ਆਕਾਰ ਛੋਟਾ ਹੈ, ਆ ਜ਼ੁਬਾਨ ਸਾਥ ਨਹੀਂ ਦਿੰਦੀ। ਉਹਨਾਂ ਮਹਾਂਪੁਰਖਾਂ ਦੀ ਸ਼ੋਭਾ ਦੇ ਵਿੱਚ ਕੋਈ ਸ਼ਬਦ ਆਖੇ ਜਾਣ, ਸੂਰਜ ਨੂੰ ਦੀਵਾ ਦਿਖਾਉਣ ਦੇ ਤੁੱਲ ਹੈ ਸਾਡੇ ਸ਼ਬਦ ਉਹਨਾਂ ਮਹਾਂਪੁਰਖਾਂ ਦੇ ਭਾਵਨਾ ਦੇ ਨਾਲ ਉਹਨਾਂ ਦੇ ਚਰਨਾਂ ਵਿੱਚ ਅਰਪਿਤ ਕੀਤੇ ਹੋਏ। ਸਾਧ ਸੰਗਤ ਜੀ, ਵਿਦਵਾਨਾਂ ਦੀ ਗੱਲ ਜਿੱਥੇ ਚੱਲਦੀ ਹੈ, ਵਿਦਵਾਨਾਂ ਦੇ ਵਿੱਚ ਬਹੁਤ ਵੱਡੇ ਵਿਦਵਾਨਾਂ ਵਿੱਚ ਮਹਾਂਪੁਰਖਾਂ ਦੀ ਵਿਸ਼ਵ ਪੱਧਰ ਦੇ ਉੱਤੇ ਉਹਨਾਂ ਦਾ ਨਾਮ ਆਉਂਦਾ ਹੈ। ਇਸ ਨਗਰ ਨੂੰ ਵਿਸ਼ਵ ਪੱਧਰ ਦੇ ਉੱਤੇ ਉਹਨਾਂ ਦਾ ਨਾਮ ਚਮਕਾ ਗਏ, ਆ ਜਗ੍ਹਾ ਨੂੰ ਪਵਿੱਤਰ ਕਰ ਗਏ। ਤਾਂ ਹੀ ਅੱਜ ਆਪਾਂ ਰਲ ਮਿਲ ਕੇ ਜੁੜ ਕੇ ਬੈਠੇ ਹੈ। ਬੇਨਤੀ ਇਹ ਕਰ ਰਿਹਾ ਸੀ ਮੈਂ ਕਿ ਭਾਈ ਮਹਾਂਪੁਰਖਾਂ ਦੀ ਯਾਦ ਜਿਹੜੀ ਮਨਾਉਣੀ ਹੈ ਨਾ, ਵੱਡੇ ਪੱਧਰ ਉੱਤੇ ਮਨਾਇਆ ਕਰੀਏ। ਕਈ ਦਿਨ ਪਹਿਲਾਂ, ਮਹੀਨਾ 2 ਮਹੀਨੇ ਪਹਿਲਾਂ ਤਿਆਰੀਆਂ ਆਰੰਭ ਕਰੀਏ। ਬਾਕਾਇਦਾ ਇਸ਼ਤਿਹਾਰ ਲੱਗਣ, ਐਡਵਰਟਾਈਜ਼ਮੈਂਟ ਹੋਵੇ, ਤਾਂ ਕਿ ਹੋਰ ਵੀ ਸੰਗਤਾਂ ਜਾਣੂ ਹੋ ਸਕਣ ਕਿ ਕਿੰਨੇ ਵੱਡੇ ਕਰਨੀ ਕਮਾਈ ਦੇ ਮਾਲਕ ਮਹਾਂਪੁਰਖ ਇਹ ਨਗਰ ਦੇ ਵਿੱਚ ਆ ਛੋਟੀ ਜੀ ਜਗ੍ਹਾ ਦੇ ਉੱਤੇ ਬਹਿ ਕੇ ਉਹਨਾਂ ਨੇ ਕਿੰਨੇ ਪਰ ਉਪਕਾਰ ਕੀਤੇ ਹੈ। ਆਪਣਾ ਵਿਗਾੜ ਪਰਾਇਆ ਸੰਡ ਹੈ, ਬੇਗਾਨਾ ਸੰਡ ਹੈ, ਆਪਣਾ ਵਿਗਾੜ ਕੇ ਪਰਾਇਆ ਸਵਾਰਨ ਵਾਲੇ ਸਾਧ ਸੰਗਤ ਜੀ ਉਹ ਮਹਾਂਪੁਰਖ ਇਸ ਅਸਥਾਨ ਦੇ ਉੱਤੇ ਬੈਠੇ ਨਾਮ ਬਾਣੀ ਦਾ ਛੱਟਾ ਦੇ ਕੇ ਉਹਨਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਪਰ ਭਾਵਨਾ ਕੈਸੀ, ਮਨ ਦੀ ਬਿਰਤੀ ਕੈਸੀ, ਆਪਣੇ ਆਪ ਨੂੰ ਜਣਾਇਆ ਨਹੀਂ, ਬਹੁਤਾ ਪ੍ਰਗਟ ਨਹੀਂ ਕੀਤਾ। ਮੇਰੇ ਖਿਆਲ ਵਿੱਚ ਤੁਹਾਡੇ ਇਹ ਨਗਰ ਵਿੱਚ ਰਹਿਣ ਵਾਲਿਆਂ ਨੂੰ ਵੀ ਆ ਕਥਾ ਕੀਰਤਨ ਸੁਣ ਕੇ ਹੀ ਪਤਾ ਲੱਗਦਾ ਹੋਣਾ ਵੀ ਮਹਾਂਪੁਰਖ ਕਿੱਡੀ ਉੱਚੀ ਅਵਸਥਾ ਦੇ ਮਾਲਕ ਸਨ। ਨਹੀਂ ਤਾਂ ਜਿਉਂਦੇ ਜੀ ਜਿਵੇਂ ਆਮ ਪਿੰਡਾਂ ਦੇ ਵਿੱਚ ਆਪਾਂ ਨੂੰ ਹੁੰਦਾ ਵੀ ਚਲੋ ਸਾਡੇ ਗੁਰਦੁਆਰੇ ਦਾ ਗ੍ਰੰਥੀ ਹੈ, ਸਾਡੇ ਡੇਰੇ ਦਾ ਬਾਬਾ ਹੀ ਹੈ, ਉਸੇ ਤਰ੍ਹਾਂ ਕਈ ਸਮਝਦੇ ਰਹੇ ਹੋਣਗੇ। ਔਰ ਇਹ ਕੁਦਰਤੀ ਬਾਤ ਹੈ, ਸੰਤ ਮਹਾਂਪੁਰਖਾਂ ਦੀ, ਰੱਬ ਦੇ ਪਿਆਰਿਆਂ ਦੀ ਗੱਲ ਛੱਡੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਰ ਬ੍ਰਹਮ ਪਰਮੇਸ਼ਰ ਆਪ ਦੁਨੀਆ ਉੱਤੇ ਆਏ ਨਾ, ਨਗਰ ਦੇ ਲੋਕ, ਘਰ ਦੇ ਲੋਕ ਤਾਂ ਉਹਨਾਂ ਨੂੰ ਵੀ ਮਹਿਤਾ ਕਾਲੂ ਜੀ ਦਾ ਪੁੱਤਰ ਹੀ ਸਮਝਦੇ ਰਹੇ ਵੀ ਦੀਵਾਨਾ ਮਸਤਾਨਾ ਜਿਹਾ ਹੈਗਾ, ਕਦੇ ਕੁਝ ਵਿਗਾੜ ਦਿੰਦਾ, ਕਦੇ ਕੁਝ ਵਿਗਾੜ ਦਿੰਦਾ। ਮਹਿਤਾ ਕਾਲੂ ਜੀ ਦੇ ਵੀ ਸਾਧ ਸੰਗਤ ਜੀ ਐਸੇ ਵਚਨ, ਪੁੱਤਰ ਜਿੱਦਾਂ ਦਾ ਤੂੰ ਜੰਮਿਆ ਕਦੇ ਸੁੱਖ ਨਹੀਂ ਦਿਖਾਇਆ ਮੈਨੂੰ, ਕਮਾ ਕੇ ਕੁਝ ਖੱਟ ਕੇ ਤਾਂ ਕੀ ਦੇਣਾ ਸੀ, ਸਾਡਾ ਕਮਾਇਆ ਹੋਇਆ ਵੀ ਤੂੰ ਤਾਂ ਗਵਾਇਆ ਹੀ ਆ ਅੱਜ ਤੱਕ। ਇਹੋ ਜਿਹੇ ਬੋਲ ਹੁੰਦੇ ਸਨ। ਪਰ ਭਾਵਨਾ ਵਾਲੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਰਾਏ ਬੁਲਾਰ ਵਰਗੇ ਵੀ ਸਨ ਉਹ ਨਗਰ ਦੇ ਵਿੱਚ, ਰਾਜਾ ਸੀ ਨਗਰ ਦਾ। ਹਮੇਸ਼ਾ ਕਹਿਣਾ, ਮਹਿਤਾ ਜੀ, ਕਾਲੂ ਜੀ, ਤੂੰ ਸਮਝਦਾ ਹੋਏਗਾ ਕਿ ਗੁਰੂ ਨਾਨਕ ਮੇਰਾ ਪੁੱਤਰ ਹੈ, ਪਰ ਅਸੀਂ ਸਮਝਦੇ ਹਾਂ ਇਹ ਪਾਰ ਬ੍ਰਹਮ ਪਰਮੇਸ਼ਰ ਦੀ ਅੰਸ਼ ਹੈ, ਅਵਤਾਰ ਹੈ। ਇਹਨਾਂ ਦੇ ਕਰਕੇ ਮੇਰੇ ਨਗਰ ਦੀ ਸ਼ੋਭਾ ਹੈ, ਮੇਰਾ ਜਨਮ ਮਰਨ ਇਹਨਾਂ ਕਰਕੇ ਕੱਟਿਆ ਜਾਣਾ ਹੈ। ਤੁਹਾਡੇ ਵਿੱਚੋਂ ਵੀ ਬਹੁਤ ਪ੍ਰੇਮੀ ਮਹਾਂਪੁਰਖਾਂ ਦੇ ਹੋਣਗੇ ਜਿਨ੍ਹਾਂ ਨੇ ਸਾਧ ਸੰਗਤ ਜੀਵਨ ਮੁਕਤ ਹੋਣ ਦਾ ਉਪਦੇਸ਼ ਮਹਾਂਪੁਰਖਾਂ ਪਾਸੋਂ ਪ੍ਰਾਪਤ ਕੀਤਾ, ਅੱਜ ਵੀ ਬਾਣੀ ਬਾਣੇ ਦੇ ਨਾਲ ਜੁੜੇ ਹੋਏ ਹੈ। ਸੋ ਆਓ ਮਹਾਂਪੁਰਖਾਂ ਦੇ ਉਹਨਾਂ ਉਪਦੇਸ਼ਾਂ ਦੇ ਉੱਤੇ ਚੱਲ ਕੇ ਬਾਣੀ ਬਾਣੇ ਦੇ ਧਾਰਨੀ ਹੋਈਏ, ਗੁਰੂ ਕੀ ਬਾਣੀ ਦੇ ਨਿਤਨੇਮ ਦੇ ਨਾਲ ਜੁੜੀਏ, ਵਾਹਿਗੁਰੂ ਮੰਤਰ ਦੇ ਸਿਮਰਨ ਨਾਲ, ਮੂਲ ਮੰਤਰ ਦੇ ਸਿਮਰਨ ਦੇ ਨਾਲ ਜਨਮ ਨੂੰ ਸਫਲਾ ਕਰੀਏ। ਪਰ ਉਪਕਾਰ ਦੀ ਭਾਵਨਾ ਲੈ ਕੇ ਇਹ ਸਾਂਝੇ ਕਾਰਜਾਂ ਦੇ ਵਿੱਚ ਵੱਧ ਚੜ ਕੇ, ਇਹ ਨਹੀਂ ਕਿ ਜਿੰਨੇ ਕੁ ਪ੍ਰਬੰਧਕ ਹੈ ਉਹਨਾਂ ਨੇ ਪ੍ਰਬੰਧ ਕਰਨਾ, ਬਾਕੀ ਵੀ ਸੰਗਤ ਵੱਧ ਚੜ ਕੇ ਸਾਥ ਦਿਆ ਕਰੋ। ਤੇ ਪ੍ਰਬੰਧਕ ਵੀਰ ਨਿਮਰਤਾ ਸਹਿਤ ਬਾਕੀ ਸਾਰਿਆਂ ਨੂੰ ਬੇਨਤੀਆਂ ਕਰਕੇ ਇਹ ਸੇਵਾ ਦੇ ਵਿੱਚ ਨਾਲ ਸਾਰੀ ਸੰਗਤ ਦਾ ਸਹਿਯੋਗ ਲਿਆ ਕਰਨ, ਤਾਂ ਕਿ ਵੱਡੇ ਪੱਧਰ ਦੇ ਉੱਤੇ ਉਸ ਵੱਡੇ ਨਾਮ ਵਾਲੇ ਮਹਾਨ ਮਹਾਂਪੁਰਖ ਦੀ ਯਾਦ ਨੂੰ ਆਪਾਂ ਮਨਾਈਏ। ਦੁਨੀਆ ਦੇ ਲੋਕਾਂ ਨੂੰ ਪਤਾ ਲੱਗੇ ਕਿ ਐਸਾ ਇੱਕ ਸਾਧੂ ਮਹਾਤਮਾ ਕੰਗ ਸਾਬੂ ਨਗਰ ਦੇ ਵਿੱਚ ਪੈਦਾ ਹੋਇਆ ਜਿਨ੍ਹਾਂ ਨੇ ਐਸੇ ਪਰ ਉਪਕਾਰ ਕੀਤੇ। ਉਹਨਾਂ ਦੀ ਪਰ ਉਪਕਾਰੀ ਸੰਗਤ ਅੱਜ ਅਗਾਂਹ ਪਰ ਉਪਕਾਰ ਉਹਨਾਂ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲ ਕੇ ਕਰ ਰਹੀ ਹੈ। ਗੁਰਮਤਿ ਸਮਾਗਮਾਂ ਦੇ ਵਿੱਚ ਸੰਗਤਾਂ ਅਗਾਂਹ ਨਾਮ ਬਾਣੀ ਦੇ ਨਾਲ ਜੁੜ ਰਹੀਆਂ। ਆਓ ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ
ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਫਿਰ ਆਪ ਜੀ ਦੇ ਚਰਨਾਂ ਦੀ ਸੇਵਾ ਇਸੇ ਤਰ੍ਹਾਂ ਬਖਸ਼ ਕੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਰਹਿੰਦੀ ਜ਼ਿੰਦਗੀ ਤੱਕ ਗੁਰਮਤਿ ਪ੍ਰਚਾਰ ਦੀ ਸੇਵਾ ਲੈਂਦੇ ਰਹਿਣ। ਆਪ ਜੀ ਨੇ ਅਰਦਾਸ ਗੁਰੂ ਚਰਨਾਂ ਵਿੱਚ ਜ਼ਰੂਰ ਕਰਨੀ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਆਪ ਸੰਗਤਾਂ ਦਾ ਪ੍ਰੇਮ ਪਿਆਰ ਸਮਾਂ ਸੇਵਾ ਕਰਨ ਦਾ ਬਖਸ਼ਣ। ਹੁਣ ਬੜੇ ਪਿਆਰ ਦੇ ਨਾਲ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਹੋਵੇਗਾ। ਫਿਰ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਪਾਂ ਸੰਪੂਰਨ ਸਮਾਪਤੀ ਵਿੱਚ ਸ਼ਾਮਲ ਹੋਣਾ। ਗੁਰੂ ਕਾ ਲੰਗਰ ਤਿਆਰ ਹੈ, ਸਭ ਨੇ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।